ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹੋ। ਸਿਰ ਸ਼ਾਹਾਂ ਦਾ ਸ਼ਾਹੋ ਜਿਸ ਪਾਸ ਬੈਠਿਆਂ ਸੋਹੀ ਐ ਸਭਨਾਂ ਦਾ ਵਿਸਾਹੋ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ वर्णन सकै महिमा जो तिहारी। हम ना सकत कर सिफत तुम्हारी आप ले हो तुम कथा सुधारी। वाहिगुरु साहिब जीओ। श्लोक महला तीजा। एहो जल सब तै वरसदा वरसै पाए सुभाए। से बिरखा हरियावले जो गुरमुख रहे समाए। एहो जल सब तै वरसदा वरसै पाए सुभाए। से बिरखा हरियावले जो गुरमुख रहे समाए। नानक नादरी सुख होए इन्ना जनता का दुख जाए। महला तीजा। पिन्नी रैन चमकिया मुठा शहबर लाए। जित उठै अन धन बहुत उपजै जां सह करे रजाए। जित खाधै मन तृप्ति है जियां जुगत समाए। एहो धन करते का खेल है कदे आवे कदे जाए। ज्ञानियां का धन नाम है सद ही रह समाए। नानक जिन को नदर करे तां एहो धन पल्लै पाए। पौड़ी आप कराए करे आप हाउ कैसे करी पुकार। आपे लेखा मंगसी आप कराए कार। जो तिस भावै सो थी है हुक्म करेगा वार। आप छड़ाए छुट्टी आए आपे बख्शनहार। आपे वेखै सुने आप सब सै दे आधार। सब मह एक वरतदा सिर सिर करे विचार। गुरमुख आप विचारियै लगै सच प्यार। नानक किसनों आखियै आपे देवनहार। गुरमुख आप विचारियै लगै सच प्यार। नानक किसनों आखियै आपे देवनहार। वाहिगुरु जी का खालसा वाहिगुरु जी की फतेह। गुरु प्यारी गुरु सवारी सतगुरु जी की साजी नवाजी साध संगत जीओ। वडभागे हाँ जो चबर छत्र तख्त के मालिक सतगुरु साहिब श्री गुरु ग्रंथ साहिब जी की पावन हजूरी विच बैठ के महान पावन स्थान तख्त श्री केसगढ़ साहिब जी की हाजरी का सुभाग प्राप्त होया है और सतगुरु जी की पवित्र अमृतमय गुरबाणी की शब्द विचार कथा सरवण करन दे लई हाजिर होए हाँ। लड़ीवार कथा गुरु ग्रंथ साहिब जी की चल रही है जो गुरु ग्रंथ साहिब जी के 1282 अंग उत्ते मलार की वार दे विच
10ਵੀਂ ਪੌੜੀ ਅਤੇ ਉਸ ਦੇ ਸ਼ਲੋਕ ਗੁਰੂ ਜੀ ਨੇ ਅੰਕਿਤ ਕੀਤੇ ਹਨ, ਉਹਨਾਂ ਨੂੰ ਸੁਣਿਆ ਹੈ। ਆਓ ਵਿਚਾਰਦੇ ਹਾਂ ਗੁਰੂ ਜੀ ਕੀ ਕਹਿੰਦੇ ਹਨ। ਸ਼ਲੋਕ ਮਹੱਲਾ ਤੀਜਾ। ਸ਼ਲੋਕ ਤੀਜੇ ਪਾਤਸ਼ਾਹ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਦਾ ਹੈ। ਇਹੋ ਜਲ ਸਭ ਤੈ ਵਰਸਦਾ, ਵਰਸੈ ਭਾਏ ਸੁਭਾਏ। ਇਹੋ ਜਲ ਸਭ ਤੈ ਵਰਸਦਾ। ਜਲ ਤੇ ਬਬੀਹਾ ਦੋਵੇਂ ਗੱਲਾਂ ਚੱਲ ਰਹੀਆਂ ਨੇ। ਪਪੀਹਾ ਜੀਵ ਹੈ, ਜਲ ਅੰਮ੍ਰਿਤ ਨਾਮ ਹੈ, ਪਰਮਾਤਮਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਕਹਿੰਦੇ ਨਾਮ ਰੂਪੀ ਜਲ ਚਾਰੇ ਪਾਸੇ ਵਰਤ ਰਿਹਾ ਹੈ, ਹਰ ਥਾਈਂ ਮੌਜੂਦ ਹੈ। ਬਸ ਥੋੜ੍ਹਾ ਜਿਹਾ ਅੰਤਰਮੁਖੀ ਹੋਣ ਦੀ ਲੋੜ ਹੈ, ਜ਼ਰੂਰਤ ਹੈ। ਇਹੋ ਜਲ ਸਭ ਤੈ ਵਰਸਦਾ, ਵਰਸੈ ਭਾਏ ਸੁਭਾਏ। ਉਹ ਪ੍ਰੇਮ ਸਹਿਤ ਆਪਣੇ ਸੁਭਾਅ ਅਨੁਸਾਰ ਵਰਸੀ ਜਾਂਦਾ ਹੈ, ਉਹ ਰੁਕਦਾ ਨਹੀਂ। ਉਹ ਅੰਮ੍ਰਿਤ ਜਲ, ਨਾਮ ਜਲ, ਪਰਮਾਤਮਾ ਜਿਹੜਾ ਹੈ ਉਹ ਹਮੇਸ਼ਾ ਹੀ ਹੈ, ਹਰ ਜਗ੍ਹਾ ਹੀ ਹੈ। ਇਹ ਨਹੀਂ ਜਿਵੇਂ ਬਾਹਰੀ ਮੀਂਹ ਪੱਕਾ ਮੰਨਿਆ ਜਾਂਦਾ ਵੀ ਸਾਵਣ ਦੇ ਵਿੱਚ ਸਾਡੇ ਦੇਸ਼ ਵਿੱਚ ਆਏਗਾ, ਇਉਂ ਨਹੀਂ। ਉਹਦਾ ਕੋਈ ਵਕਤ ਸਮਾਂ, ਉਹ ਹਮੇਸ਼ਾ ਹੀ ਚੱਲ ਰਿਹਾ ਹੈ। ਗੁਰੂ ਜੀ ਕਹਿੰਦੇ ਇਹੋ ਜਲ ਸਭ ਤੈ, ਸਭ ਤੈ ਜਾਣੀ ਸਾਰੇ ਸਮਿਆਂ 'ਚ, ਔਰ ਸਭ ਤੈ ਦਾ ਅਰਥ ਸਾਰੀ ਜਗ੍ਹਾ, ਸਾਰਿਆਂ ਦੇ ਉੱਤੇ, ਸਾਰੀਆਂ ਥਾਵਾਂ 'ਤੇ ਹਮੇਸ਼ਾ ਹੀ ਨਿਰੰਤਰ ਚੱਲ ਰਿਹਾ ਹੈ। ਸੇ ਬਿਰਖਾ ਹਰਿਆਵਲੇ, ਜੋ ਗੁਰਮੁਖ ਰਹੇ ਸਮਾਏ। ਜਿਵੇਂ ਮੀਂਹ ਪਿਆ ਸੁੱਕੇ ਹੋਏ ਬਿਰਖ ਹਰੇ ਹੋ ਜਾਂਦੇ ਹਨ, ਜਾਂ ਸੁੱਕੀ ਹੋਈ ਖੇਤੀ ਮੁੜ ਹਰਿਆਵਲ ਨੂੰ ਪਕੜ ਲੈਂਦੀ ਹੈ, ਇਸੇ ਤਰ੍ਹਾਂ ਹੀ ਅੰਮ੍ਰਿਤ ਜਲ ਦੀ ਵਰਖਾ ਹੋ ਰਹੀ ਹੈ। ਜੀਵ ਵੀ ਆਤਮਿਕ ਤੌਰ 'ਤੇ ਸੁੱਕਿਆ ਹੀ ਪਿਆ, ਅੰਦਰੋਂ ਖਾਲੀ ਹੈ, ਸੁੱਕਿਆ ਹੈ। ਸੇ ਬਿਰਖਾ ਹਰਿਆਵਲੇ, ਇਹ ਵੀ ਬਿਰਛਾਂ ਦੀ ਤਰ੍ਹਾਂ ਸੁੱਕ ਰਿਹਾ ਹੈ। ਇਹਨੂੰ ਵੀ ਨਾਮ ਜਲ ਦੀ ਜ਼ਰੂਰਤ ਹੈ। ਪਰ ਮਹਾਰਾਜ ਕਹਿੰਦੇ ਉਹੀ ਬਿਰਖ, ਉਹੀ ਜੀਵ ਭਾਗਾਂ ਵਾਲੇ ਹਨ, ਉਹੀ ਹਰਿਆਵਲੇ ਹੁੰਦੇ ਹਨ ਜੋ ਗੁਰਮੁਖ ਰਹੇ ਸਮਾਏ। ਜਿਹੜੇ ਗੁਰੂ ਵਾਲੇ ਬਣ ਕੇ ਗੁਰੂ ਨਾਲ ਜੁੜ ਜਾਂਦੇ ਹਨ, ਗੁਰੂ ਉਹਨਾਂ ਨੂੰ ਸੋਝੀ ਬਖਸ਼ਦੇ ਹਨ, ਔਰ ਉਹ ਅੰਮ੍ਰਿਤ ਨਾਮ ਦੇ ਅਭਿਲਾਖੀ ਹੋ ਕੇ ਫਿਰ ਜੋ ਅੰਮ੍ਰਿਤ ਵਰਸਦਾ ਹੈ ਉਹਦੀ ਸਾਰ ਜਾਣ ਜਾਂਦੇ ਹਨ। ਨਾਨਕ ਨਦਰੀ ਸੁਖ ਹੋਏ, ਇਨ੍ਹਾਂ ਜਨਤਾ ਕਾ ਦੁਖ ਜਾਏ। ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਫਿਰ ਕੀ ਹੁੰਦਾ ਹੈ? ਨਾਨਕ ਨਦਰੀ ਸੁਖ ਹੋਏ। ਉਹ ਪਿਆਰਾ ਸਤਿਗੁਰੂ ਜਦੋਂ ਨਦਰ ਕਰਦਾ ਹੈ ਗੁਰਸਿੱਖ ਦੇ ਉੱਤੇ ਆਪਣੀ ਪਿਆਰ ਦੀ, ਮਿਹਰ ਦੀ, ਫਿਰ ਸੁਖ ਵਰਤਾਉਂਦਾ ਹੈ। ਫਿਰ ਜੀਵ ਨੂੰ ਆਤਮਿਕ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਔਰ ਇਹਨਾਂ ਜਨਤਾ ਕਾ ਦੁੱਖ ਜਾਏ, ਇਹ ਜੀਵ ਦਾ ਜੋ ਦੁੱਖ ਹੈ ਜਨਮ ਮਰਨ ਦਾ, ਭੁੱਖ ਪਿਆਸ ਦਾ, ਦੁੱਖ ਸੁੱਖ ਦਾ, ਮਹਾਰਾਜ ਕਹਿੰਦੇ ਇਹ ਸਾਰੇ ਟੁੱਟ ਜਾਂਦੇ ਆ ਬੰਦੇ ਨੂੰ। ਕਿਉਂ? ਗੁਰੂ ਨੂੰ ਜੀਵ ਨੂੰ ਉੱਥੇ ਲੈ ਜਾਂਦਾ ਹੈ ਜੋ ਇਹਦਾ ਨਿੱਜੀ ਸਰੂਪ ਹੈ, ਆਪਣਾ ਸਰੂਪ ਹੈ, ਜੋ ਇਹਨਾਂ ਤੋਂ ਉੱਤੇ ਹੈ। ਇਹ ਗੱਲ ਜਾਣ ਲਓ। ਦੁੱਖ ਸੁੱਖ ਸਰੀਰ ਨੂੰ ਲੱਗਦੇ ਹਨ, ਸਰੀਰ ਦੇ ਧਰਮ ਹਨ। ਭੁੱਖ ਪਿਆਸ ਪ੍ਰਾਣਾਂ ਦੇ ਧਰਮ ਹਨ। ਖੁਸ਼ੀ ਗਮੀ ਇਹ ਮਨ ਦੇ ਧਰਮ ਹਨ। ਨਾ ਅਸੀਂ ਆ ਸਰੀਰ ਹਾਂ, ਨਾ ਪ੍ਰਾਣ ਹਾਂ, ਨਾ ਮਨ ਹਾਂ। ਅਸੀਂ ਤਾਂ ਉਹ ਹਾਂ ਜੋ ਕਦੇ ਵੀ ਬਦਲਦਾ ਨਹੀਂ। ਨਾ ਅਸੀਂ ਜਵਾਨ ਹਾਂ, ਨਾ ਬੁੱਢੇ ਹਾਂ, ਨਾ ਬੱਚੇ ਹਾਂ। ਜੇ ਅਸੀਂ ਹੀ ਸਰੀਰ ਹੁੰਦੇ ਤਾਂ ਫਿਰ ਬਚਪਨ ਅਸੀਂ ਦੇਖਿਆ, ਫਿਰ ਬਚਪਨ ਜਾਂਦਾ ਹੀ ਕਿਉਂ? ਅਸੀਂ ਕਹਿੰਦੇ ਜੀ ਮੈਂ ਬੱਚਾ ਸੀ। ਜੇ ਬੱਚਾ ਸੀ ਤਾਂ ਫਿਰ ਬੱਚਾ ਹੀ ਰਹਿਣਾ ਸੀ ਤੂੰ।
ਬਦਲ ਗਿਆ। ਇਹਦਾ ਮਤਲਬ ਤੂੰ ਬਚਪਨ ਨਹੀਂ ਸੀ। ਫਿਰ ਅਸੀਂ ਕਹਿੰਦੇ ਹਾਂ ਜੀ ਹੁਣ ਮੈਂ ਜਵਾਨ ਹਾਂ, ਹੁਣ ਸਾਂਭ ਕੇ ਰੱਖੀ ਫਿਰ ਜਵਾਨੀ। ਜੇ ਤੂੰ ਜਵਾਨ ਹੈ ਤਾਂ ਫਿਰ ਜਾਵੇਂ ਕਾਹਨੂੰ, ਜਵਾਨੀ ਜਾਵੇ ਕਾਹਨੂੰ, ਪਰ ਚਲੀ ਜਾਂਦੀ ਆ। ਇਹਦਾ ਮਤਲਬ ਤੂੰ ਜਵਾਨ ਵੀ ਨਹੀਂ ਹੈ। ਇੱਕ ਬਜ਼ੁਰਗ ਖੂੰਡੀ ਫੜੀ ਟੇਢਾ ਜਿਹਾ ਲੱਕ ਹੋਇਆ ਜਾ ਰਿਹਾ। ਜਦੋਂ ਬਜ਼ੁਰਗੀ ਕਈ ਵਾਰੀ ਕੰਮ ਜ਼ਿਆਦਾ ਜਵਾਨੀ ਦੇ ਮੌਕੇ ਕੀਤਾ ਹੋਵੇ ਅਤੇ ਸਰੀਰਾਂ ਦੇ ਕੁਝ ਪ੍ਰਾਕਿਰਤਿਕ ਇਸ ਤਰ੍ਹਾਂ ਦੇ ਬਣਾਵਟ ਵੀ ਹੁੰਦੀ ਹੈ। ਕਈਆਂ ਦੇ ਨਾਲ ਐਸਾ ਹੁੰਦਾ ਹੈ ਕਿ ਸਰੀਰ ਵਿੰਗ ਖਾ ਜਾਂਦਾ, ਕੁੱਬਾ ਹੋ ਜਾਂਦਾ ਹੈ ਬਿਰਧ ਅਵਸਥਾ 'ਚ। ਉਹ ਬਜ਼ੁਰਗ ਦੇ ਨਾਲ ਐਸਾ ਹੀ ਹੋਇਆ। ਉਹ ਕੁੱਬਾ ਜਿਹਾ ਹੋ ਕੇ ਤੁਰਿਆ ਅਤੇ ਨਾਲ ਹੱਥ 'ਚ ਸੋਟੀ ਫੜ ਲਈ। ਇੱਕ ਨੌਜਵਾਨ ਆਇਆ, ਉਹਨੂੰ ਮਸ਼ਕਰੀ ਸੁੱਝੀ, ਮਜ਼ਾਕ ਸਮਝ ਨਹੀਂ ਨਾ ਹੁੰਦੀ, ਮਜ਼ਾਕ ਸੁੱਝਿਆ ਅਤੇ ਬਜ਼ੁਰਗ ਨੂੰ ਕਹਿਣ ਲੱਗਾ, ਕਿਉਂਕਿ ਬਜ਼ੁਰਗ ਕੁੱਬਾ ਤੁਰਦਾ ਸੀ, ਥੱਲੇ ਨੂੰ ਨਜ਼ਰ ਸੀ ਉਹਦੀ, ਸੁਭਾਵਿਕ ਮੂੰਹ ਥੱਲੇ ਹੋਏਗਾ ਜੇ ਕੁੱਬ ਪੈ ਜਾਏ। ਨੌਜਵਾਨ ਪੁੱਛਣ ਲੱਗਾ, ਬਾਬਾ ਕੀ ਲੱਭਦਾ ਪਿਆ? ਬਜ਼ੁਰਗ ਸੱਚੀ ਮੁੱਚੀ ਬਜ਼ੁਰਗ ਸੀ, ਕੋਈ ਇਕੱਲੀ ਦਾੜ੍ਹੀ ਚਿੱਟੀ ਹੋਣ ਨਾਲ ਬਜ਼ੁਰਗੀ ਨਹੀਂ ਆਉਂਦੀ। ਬਜ਼ੁਰਗੀ ਪਹਿਲਾਂ ਵੀ ਆ ਸਕਦੀ ਹੈ। ਬੂੜੇ ਤੋਂ ਬੁੱਢਾ ਕਦੋਂ ਬਣਦਾ ਇਹ ਗੁਰੂ ਜਾਣਦਾ। ਕਈਆਂ ਨੂੰ ਉਮਰਾਂ ਲੰਘ ਜਾਂਦੀਆਂ, ਹਜੇ ਬਚਪਨ 'ਚ ਫਸੇ, ਜਵਾਨੀ 'ਚ ਫਸੇ। ਫਿਰ ਕਿਉਂਕਿ ਜਵਾਨੀ 'ਚ ਫਸਣ ਦਾ ਪਤਾ ਲੱਗਦਾ ਜਦੋਂ ਚਿੱਟੀ ਨੂੰ ਕਾਲੀ ਕਰਦੇ, ਉਦੋਂ ਅੰਦਰ ਫਿਰ ਸਮਝਦੇ ਵੀ ਉਹੀ ਰਹੇ। ਇਸ ਲਈ ਉਹ ਬਜ਼ੁਰਗ ਸੱਚੀ ਮੁੱਚੀ ਬਜ਼ੁਰਗ ਸੀ, ਵੱਡਾ ਸੀ। ਉਹਨੇ ਉਸ ਨੌਜਵਾਨ ਦੀ ਗੱਲ ਨੂੰ, ਜਿਹੜੀ ਨੌਜਵਾਨ ਨੇ ਤੰਜ ਮਾਰੀ ਸੀ, ਬਾਬਾ ਕੀ ਲੱਭਦਾ ਪਿਆ, ਉਹਨੇ ਬੜੇ ਪ੍ਰੇਮ 'ਚ ਲਿਆ ਉਸ ਵਚਨ ਨੂੰ ਔਰ ਬੜੇ ਤਰੀਕੇ ਨਾਲ ਉਹਦੇ ਵੱਲ ਦੁਬਾਰਾ ਭੇਜਤਾ। ਕਹਿੰਦਾ, ਪੁੱਤਰ ਮੈਂ ਆਪਣੀ ਜਵਾਨੀ ਲੱਭਦਾ, ਉਹ ਗਵਾਚ ਗਈ। ਅਤੇ ਬੇਟਾ ਤੈਨੂੰ ਵੀ ਮੈਂ ਇੱਕ ਬੜੀ ਚੰਗੀ ਰਾਏ ਦੇਣੀ ਚਾਹੁੰਦਾ ਵੀ ਅਕਸਰ ਗਵਾਚ ਜਾਂਦੀ ਆ, ਸਾਂਭ ਕੇ ਰੱਖੀ, ਤੇਰੀ ਵੀ ਨਾ ਗਵਾਚ ਜਾਏ। ਕੌਣ ਬੰਦਾ ਹੈ ਜਿਹੜਾ ਇਸ ਤੋਂ ਬਚਦਾ? ਜਵਾਨੀ ਹੈ ਅੱਜ, ਕੱਲ੍ਹ ਨੂੰ ਚਲੀ ਜਾਏਗੀ। ਜੇ ਆਪਾਂ ਜਵਾਨੀ ਹੋਈਏ ਅਤੇ ਆਪਾਂ ਰਹੀਏ, ਫਿਰ ਜਵਾਨੀ ਵੀ ਚੱਲ ਜਾਂਦੀ, ਫਿਰ ਬੁੱਢੇ ਹੈ ਅਤੇ ਬਜ਼ੁਰਗ ਵੀ ਚਲੇ ਜਾਂਦੇ। ਇੱਥੋਂ ਇਹ ਸਿੱਧ ਹੁੰਦਾ ਹੈ ਅਸੀਂ ਉਹ ਹਾਂ ਜਿਹਨੇ ਬਚਪਨ ਵੀ ਦੇਖਿਆ। ਮੇਰਾ ਆਪਣਾ, ਤੁਹਾਡਾ ਆਪਣਾ ਨਿੱਜੀ ਸਰੂਪ ਉਹ ਹੈ। ਤੁਸੀਂ ਉਹ ਅੰਦਰਲੇ ਉਹ ਤੱਤ ਵਸਤੂ ਹੋ ਜਿਹਨੇ ਬਚਪਨ ਨੂੰ ਵੀ ਗੁਜ਼ਰਦੇ ਦੇਖਿਆ, ਜਿਹੜਾ ਜਵਾਨੀ ਨੂੰ ਵੀ ਗੁਜ਼ਰਦੇ ਦੇਖ ਰਿਹਾ ਹੈ, ਅਤੇ ਜਿਹੜੇ ਨੂੰ ਪਤਾ ਵੀ ਮੈਂ ਅੱਗੇ ਬੁੱਢੇਪਨ ਦੇ ਵਿੱਚ ਦੀ ਵੀ ਲੰਘਣਾ, ਅਤੇ ਜਿਹੜਾ ਇਹ ਕਹਿੰਦਾ ਵੀ ਛੱਡ ਕੇ ਵੀ ਜਾਵਾਂਗੇ ਸਰੀਰ ਨੂੰ, ਉਹ ਆ ਸੀ। ਗੁਰੂ ਕਿਰਪਾ ਦੇ ਨਾਲ ਫਿਰ ਬੰਦਾ ਉਹ 'ਤੇ ਪਹੁੰਚਦਾ। ਫਿਰ ਉਹਨੂੰ ਪਤਾ ਲੱਗਦਾ ਇਹ ਸਰੀਰ ਦੇ ਦੁੱਖ ਸੁੱਖ ਸਰੀਰ ਦੇ ਧਰਮ ਨੇ, ਭੁੱਖ ਪਿਆਸ ਪ੍ਰਾਣਮਈ ਕੋਸ਼ ਪ੍ਰਾਣਾਂ ਦੇ ਧਰਮ ਨੇ, ਖੁਸ਼ੀ ਗਮੀ ਮਨ ਤੱਕ ਨੇ। ਮੈਂ ਉਹ ਹਾਂ ਜਿਹੜਾ ਜਿਹਨੂੰ ਨਾ ਖੁਸ਼ੀ, ਨਾ ਗਮੀ, ਨਾ ਭੁੱਖ, ਨਾ ਪਿਆਸ, ਨਾ ਦੁੱਖ, ਨਾ ਸੁੱਖ, ਉਹਨਾਂ ਤੋਂ ਉੱਤੇ ਉਹ ਚੌਥਾ ਪਦ ਜਿਹਨੂੰ ਗੁਰਮੁਖ ਚੌਥਾ ਪਦ ਚੀਨੈ ਕੋਏ, ਚੌਥਾ ਪਦ ਹੈ ਜਿਹੜਾ ਕੋਈ ਗੁਰਮੁਖ ਗੁਰੂ ਦੇ ਰਾਹੀਂ, ਗੁਰੂ ਦੀ ਕਿਰਪਾ ਦੇ ਨਾਲ ਪ੍ਰਾਪਤ ਕਰਦਾ ਹੈ। ਗੁਰੂ ਪਾਤਸ਼ਾਹ ਜੀ ਹੁਣ ਉਹੀ ਗੱਲ ਸਮਝਾ ਰਹੇ ਹਨ। ਕਹਿੰਦੇ, ਨਾਨਕ ਨਦਰੀ ਸੁਖ ਹੋਏ। ਨਦਰ ਜਦੋਂ ਗੁਰੂ ਕਰਦਾ ਹੈ ਅਤੇ ਫਿਰ ਸੁੱਖ ਹੁੰਦਾ ਹੈ ਜੀਵਨ ਨੂੰ। ਸੁੱਖ ਉਹ ਆਤਮਿਕ ਸੁੱਖ ਹੈ। ਸਰੀਰ ਕਦੇ ਸੁਖੀ ਹੋ ਨਹੀਂ ਸਕਦਾ, ਕੋਈ ਨਾ ਕੋਈ ਚੂਲ ਵਿੰਗੀ ਹੋਈ ਰਹਿੰਦੀ ਇਹਦੀ, ਕੋਈ ਨਾ ਕੋਈ ਦੁੱਖ ਆਇਆ ਹੀ ਰਹਿੰਦਾ ਸਰੀਰ ਦਾ। ਮਹਾਰਾਜ ਕਹਿੰਦੇ ਸੁੱਖ ਕੀ ਹੈ? ਉਹ ਹੈ ਆਤਮਿਕ ਸੁੱਖ। ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਲਿਖਦੇ ਹਨ, ਆਪਣੇ ਬਚਨ ਕਰਦੇ ਹਨ ਚੌਥੇ ਪਾਤਸ਼ਾਹ, ਅਵਿਨਾਸ਼ੀ ਖੇਮ ਚਾਹੈ ਜੇ ਨਾਨਕ। ਅਵਿਨਾਸ਼ੀ ਹੁੰਦਾ ਹੈ ਜਿਹੜਾ ਨਾਸ਼ ਨਾ ਹੋਵੇ। ਖੇਮ ਦਾ ਅਰਥ ਹੈ ਸੁੱਖ। ਅਵਿਨਾਸ਼ੀ ਖੇਮ ਚਾਹੈ ਜੇ ਨਾਨਕ, ਸਦਾ ਸਿਮਰ ਨਾਰਾਇਣ। ਜੇ ਤੂੰ ਸਦੀਵੀ ਸੁੱਖ ਚਾਹੁੰਦਾ, ਆ ਜਿਹੜੇ ਸੁੱਖ ਸਰੀਰ ਦੇ ਹੈ, ਮਨ ਦੇ ਹੈ, ਪ੍ਰਾਣਾਂ ਦੇ ਹੈ, ਭੁੱਖ ਲੱਗੀ ਥੋੜ੍ਹੀ ਜਿਹੀ ਫਿਰ ਰੱਜ ਲਿਆ, ਥੋੜ੍ਹਾ ਜਿਹਾ ਸਮਾਂ ਤ੍ਰਿਪਤੀ, ਫਿਰ ਸ਼ਾਮ ਨੂੰ ਭੁੱਖ ਲੱਗਦੀ, ਫਿਰ ਉਹ ਦੁੱਖ ਅੱਗੇ ਆ ਖੜ੍ਹਦਾ, ਪਿਆਸ ਫਿਰ ਅੱਗੇ ਆ ਖੜ੍ਹਦੀ। ਸਰੀਰ ਦੇ ਵੀ ਇੱਕ ਰੋਗ ਹਟਿਆ, ਦੂਜਾ ਹੋਰ ਤਿਆਰ।
ਇਹ ਕਿਤੇ ਖਤਮ ਹੋਣ ਵਾਲੀ ਖੇਡ ਆ। ਉਹ ਛੋਟੇ ਛੋਟੇ ਬੱਚੇ ਨਿਆਣੇ ਨਹੀਂ ਖੇਡਦੇ ਹੁੰਦੇ ਸੀ, ਛੋਟੇ ਹੁੰਦੇ ਆਪਾਂ ਸਾਰੇ ਹੀ ਖੇਡਦੇ ਰਹੇ ਹਾਂ। ਇਕੱਠੇ ਹੋ ਜਾਣਾ, ਬੱਚਿਆਂ ਦੇ ਸਿਰ 'ਤੇ ਮੁੱਠੀਆਂ ਜਿਹੀਆਂ ਰੱਖ ਲੈਣੀਆਂ। ਉਹ ਫਿਰ ਬੱਚਿਆਂ ਨੇ ਕਹਿਣਾ ਭਾਂਡਾ ਭੰਡਾਰੀਆ ਕਿਤਨਾ ਕੁ ਭਾਰ। ਉਹ ਕਹਿੰਦਾ ਇੱਕ ਮੁੱਠੀ ਚੱਕ ਲੈ ਦੂਜੀ ਤਿਆਰ। ਇਹ ਸਾਰਿਆਂ ਨਾਲ ਹੈ, ਇਹ ਖੇਡ ਨਹੀਂ, ਇਹ ਜ਼ਿੰਦਗੀ ਦੀ ਸੱਚਾਈ ਹੈ। ਇੱਕ ਦੁੱਖ ਕਿਤੋਂ ਹੋਰ ਲੱਤ ਤੋਂ ਫਿਣਸੀ ਹਟੇਗੀ ਮੱਥੇ 'ਤੇ ਹੋ ਜਾਂਦੀ ਹੈ, ਮੱਥੇ ਤੋਂ ਹਟੇਗੀ ਬਾਂਹ 'ਤੇ ਹੋ ਜਾਂਦੀ ਹੈ। ਫਿਣਸੀ ਜਾਣੀ ਦੁੱਖ, ਇੱਕ ਪਾਸੋਂ ਵਹਾਅ ਬੰਦ ਕਰੋਗੇ ਦੂਸਰੇ ਪਾਸੇ ਚਲਾ ਜਾਂਦਾ। ਇਹ ਸਰੀਰ ਦੁੱਖ ਦੀ ਖਾਨ ਹੈ, ਇਹ ਦੁੱਖ ਦਾ ਸਥਾਨ ਹੈ। ਇੱਥੋਂ ਦੁੱਖ ਇੱਥੋਂ ਹੀ ਮਿਲਣਾ, ਦੁੱਖ ਸੁੱਖ ਦਾ ਸਾਧਨ ਹੈ। ਇਸ ਤਰੀਕੇ ਕਿੰਨਾ ਕੁ ਸਮਾਂ ਸੁੱਖ ਹੋਏਗਾ, ਫਿਰ ਦੁੱਖ ਆ ਜਾਏਗਾ। ਇੱਦਾਂ ਹੀ ਭੁੱਖ ਪਿਆਸ ਪ੍ਰਾਣਾਂ ਦਾ ਹੈ। ਭੁੱਖ ਪਿਆਸ ਥੋੜ੍ਹੇ ਸਮੇਂ ਲਈ ਬੁਝਦੀ, ਫਿਰ ਇੱਦਾਂ ਹੀ ਖੁਸ਼ੀ ਅਤੇ ਗਮੀ। ਖੁਸ਼ੀ ਵੀ ਕਿੰਨਾ ਕੁ ਸਮਾਂ ਰਹੇਗੀ। ਕੋਈ ਸਾਰਾ ਦਿਨ ਸਾਨੂੰ ਹਸਾਈ ਜਾਏ ਅਤੇ ਪਾਗਲ ਨਹੀਂ ਹੋ ਜਾਵਾਂਗੇ? ਸਾਰਾ ਦਿਨ ਸਾਨੂੰ ਹਸਾਈ ਹੋ ਜਾਏ ਅਸੀਂ ਆਖਾਂਗੇ ਬਸ ਹਾਸਾ ਵੀ ਸਾਡਾ ਸਰੂਪ ਨਹੀਂ। ਅਤੇ ਸਾਰਾ ਦਿਨ ਗਮਗੀਨ ਹੋ ਜਾਈਏ, ਉਹ ਵੀ ਸਾਡਾ ਸਰੂਪ ਨਹੀਂ। ਸਾਡਾ ਸਰੂਪ ਤਾਂ ਹੋਰ ਹੀ ਕੁਛ ਹੈ, ਉਹ ਆਨੰਦਮੈ। ਦੁੱਖ ਸੁੱਖ, ਭੁੱਖ ਪਿਆਸ, ਖੁਸ਼ੀ ਗਮੀ, ਇਹਨਾਂ ਤੋਂ ਪਰੇ ਜਿਹਨੂੰ ਗੁਰੂ ਜੀ ਨੇ ਅਵਿਨਾਸ਼ੀ ਖੇਮ ਆਖਿਆ ਹੈ, ਜਿਹਨੂੰ ਸਦੀਵੀ ਸੁੱਖ ਆਖਿਆ, ਉਹ ਸੁੱਖ ਐਸਾ ਹੈ ਜਿਹੜਾ ਕਿਹਾ ਵੀ ਨਹੀਂ ਜਾ ਸਕਦਾ। ਉੱਦਾਂ ਕਹਿਣ ਦੇ ਲਈ ਸ਼ਬਦ ਵਰਤਣਾ ਪੈਂਦਾ ਹੈ ਵੀ ਸੁੱਖ ਰੂਪ, ਪਰ ਹੈ ਉਹ ਅਦਵੈਤ ਹੈ। ਉੱਥੇ ਉਹਦੇ ਬਰਾਬਰ ਕੋਈ ਹੈ ਹੀ ਨਹੀਂ ਦੂਜੀ ਚੀਜ਼, ਜਿਹਦੇ ਲਈ ਗੁਰਬਾਣੀ ਵਿੱਚ ਗੁਰੂ ਪਾਤਸ਼ਾਹ ਨੇ ਆਖਿਆ ਹੈ, ਅਲੌਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿਨ ਜਾਣਿਆ। ਅਲੌਤੀ ਕਹਿੰਦੇ ਹਨ ਮਿਸ਼ਰੀ ਨੂੰ, ਬਰੇਡਾ ਕਹਿੰਦੇ ਹਨ ਸ਼ਰਬਤ ਨੂੰ। ਕਹਿੰਦੇ ਕਿਸੇ ਬੰਦੇ ਨੂੰ ਗਰਮੀ ਦੀ ਰੁੱਤੇ ਮਿਸ਼ਰੀ ਦਾ ਸ਼ਰਬਤ ਬਣਾ ਕੇ ਪਿਲਾ ਦਿਓ ਪਿਆਸੇ ਨੂੰ, ਅਤੇ ਜਦੋਂ ਪੀ ਕੇ ਜੋ ਉਹਨੂੰ ਤ੍ਰਿਪਤੀ ਆਉਂਦੀ, ਕੋਲ ਖੜਾ ਬੰਦਾ ਪੁੱਛੇ ਕਿੰਨਾ ਕੁ ਸੁੱਖ ਆਇਆ, ਸਿਰਫ ਉਹ ਇੰਨਾ ਕੁ ਦੱਸ ਸਕਦਾ ਵੀ ਬੜਾ ਵਧੀਆ ਸੀ। ਜੋ ਉਹਨੂੰ ਅਨੁਭਵ ਹੋਇਆ, ਜੋ ਉਸਨੂੰ ਮਹਿਸੂਸ ਹੋਇਆ, ਉਹ ਮਹਿਸੂਸ ਹੋਣ ਦੀ ਜਿਹੜੀ ਉਹਦੀ ਅੰਦਰਲੀ ਪ੍ਰਕਿਰਿਆ ਹੈ, ਉਹ ਕਿਸੇ ਦੂਜੇ ਨੂੰ ਕੀ ਦੱਸੇ ਕੋਈ। ਗੂੰਗੇ ਦੇ ਗੁੜ ਖਾਣ ਵਾਲੀ ਕਹੋ ਕਬੀਰ, ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ, ਕੀ ਕਹੇ ਕੋਈ। ਤਾਂ ਇਸ ਲਈ ਮਹਾਰਾਜ ਜੀ ਕਹਿੰਦੇ ਉਹ ਸੁੱਖ ਤੇਰਾ ਨਿੱਜੀ ਰੂਪ ਹੈ, ਉਹਦੀ ਪ੍ਰਾਪਤੀ ਕਰਨਾ ਅਜੀਬ ਤੇਰਾ ਮਕਸਦ ਹੈ। ਪਰ ਇਉਂ ਗੁਰੂ ਅਮਰਦਾਸ ਜੀ ਇੱਥੇ ਇਹ ਸਮਝਾ ਰਹੇ ਹਨ, ਨਾਨਕ ਨਦਰੀ ਸੁੱਖ ਹੋਏ। ਇਹ ਸੁੱਖ ਗੁਰੂ ਦੀ ਨਜ਼ਰ ਨਾਲ ਮਿਲਦਾ ਹੈ। ਇਨ੍ਹਾਂ ਜਨਤਾ ਕਾ ਦੁੱਖ ਜਾਏ। ਮਹਾਰਾਜ ਕਹਿੰਦੇ ਜਦੋਂ ਉਹ ਗੁਰੂ ਬਖਸ਼ਿਸ਼ ਭਰੀ ਮਿਹਰ ਭਰੀ ਤੱਕਣੀ ਦ੍ਰਿਸ਼ਟੀ ਪਾਉਂਦਾ ਹੈ ਅਤੇ ਉਹ ਸੁੱਖ ਪ੍ਰਾਪਤ ਹੁੰਦਾ ਹੈ, ਅਤੇ ਫਿਰ ਇਹਨਾਂ ਜਨਤਾ ਕਾ ਦੁੱਖ ਜਾਏ। ਫਿਰ ਇਹਨਾਂ ਜਨਤਾ ਨੇ ਜਿਹੜੇ ਦੁੱਖ ਮੰਨੇ ਆਪਣੇ, ਮੰਨੀ ਬੈਠਾ ਸਰੀਰ ਹਾਂ ਮੈਂ, ਮੰਨੀ ਬੈਠਾ ਮਨ ਹਾਂ ਮੈਂ, ਮੰਨੀ ਬੈਠਾ ਪ੍ਰਾਣ ਹਾਂ ਮੈਂ, ਜਦੋਂ ਉਹ ਮਨ ਤਾਂ ਟੁੱਟ ਗਈ ਬਸ ਫਿਰ ਸੁੱਖ ਹੀ ਸੁੱਖ ਹੈ। ਮਹਾਰਾਜ ਕਹਿੰਦੇ ਫਿਰ ਇਹਨਾਂ ਜਨਤਾ ਦੇ ਦੁੱਖ ਚਲੇ ਜਾਣਗੇ। ਮਹੱਲਾ ਤੀਜੇ ਪਾਤਸ਼ਾਹ। ਪਿੰਨੀ ਰੈਣ ਚਮਕਿਆ ਵੁੱਠਾ ਸ਼ਹਿਬਰ ਲਾਏ। ਕਹਿੰਦੇ ਪਿੰਨੀ ਰੈਣ ਅੰਮ੍ਰਿਤ ਵੇਲਾ, ਅੰਮ੍ਰਿਤ ਵੇਲੇ ਚਮਕਿਆ, ਚਮਕਾਰਾ ਪਿਆ, ਬਿਜਲੀ ਜਿਹੀ ਚਮਕੀ। ਵੁੱਠਾ ਸ਼ਹਿਬਰ ਲਾਏ, ਬਸ ਫਿਰ ਝੜੀ ਲੱਗ ਪਈ, ਮੀਂਹ ਪੈਣ ਲੱਗ ਪਿਆ, ਛਿੱਬਰਾਂ ਲੱਗ ਗਈਆਂ, ਝੜੀ। ਇਸੇ ਤਰ੍ਹਾਂ ਜੀਵ ਗੁਰਸਿੱਖ ਅਰਦਾਸਾਂ ਕਰਦਾ ਹੈ, ਫਿਰ ਅੰਮ੍ਰਿਤ ਵੇਲੇ ਗੁਰੂ ਕੇ ਸਿੱਖ ਦੀ ਅਰਦਾਸ ਦਰਬਾਰ 'ਚ ਪਹੁੰਚਦੀ। ਹਾਲਾਂਕਿ ਉਹਦਾ ਦਰ ਹਮੇਸ਼ਾ ਹੀ ਖੁੱਲ੍ਹਾ ਹੈ। ਇਹ ਨਹੀਂ ਕਿ 8 ਵਜੇ ਬੰਦ ਹੋ ਜਾਂਦਾ, 10 ਵਜੇ ਉਹਦੀ ਪਹੁੰਚਦੀ ਨਹੀਂ ਅਰਦਾਸ। ਐਮਰਜੈਂਸੀ ਜਦੋਂ ਮਰਜ਼ੀ 24 ਘੰਟੇ ਹੀ ਖੁੱਲ੍ਹਾ ਕੰਮ ਹੈ। ਪਰ ਸਾਡੇ ਗੁਰੂ ਨੇ ਅੰਮ੍ਰਿਤ ਵੇਲੇ ਦੀ ਗੱਲ ਕੀਤੀ। ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ। ਅਸੀਂ ਕਿਤੇ ਆਫਿਸ 'ਚ ਜਾਂਦੇ ਅਤੇ ਇਹ ਸੋਚਦੇ ਵੀ ਪਹਿਲਾਂ ਜਾ ਕੇ ਕੰਮ ਹੋ ਜਾਏ, ਪਹੁੰਚ ਜਾਈਏ, ਜਿੰਨੀ ਛੇਤੀ ਕੰਮ ਹੋ ਜਾਏ। ਲੇਟ ਉੱਠ ਕੇ ਦੇਖ ਲਓ, ਇੱਕ ਦਿਨ ਤੁਹਾਡਾ ਸਾਰਾ ਨੇਮ ਰਹਿ ਜਾਏਗਾ।
ਸਾਰਾ ਦਿਨ ਭਾਵੇਂ ਵਿਹਲੇ ਹੀ ਹੋਵੋ, ਸ਼ਾਮ ਪੈ ਜਾਏਗੀ, ਨੇਮ ਪੂਰਾ ਨਹੀਂ ਹੁੰਦਾ। ਜਿਹੜਾ ਸਵੇਰ ਵੇਲੇ 2 ਘੰਟੇ ਲੱਗ ਜਾਂਦੇ ਆ, ਬਸ ਸਾਰੇ ਦਿਨ ਦਾ ਕੰਮ ਹੋ ਜਾਂਦਾ। ਅੰਮ੍ਰਿਤ ਵੇਲਾ ਐਵੇਂ ਨਹੀਂ ਹੈ, ਸਾਨੂੰ ਬਹੁਤ ਵੱਡੀ ਦਾਤ ਗੁਰੂ ਸਾਹਿਬ ਨੇ ਦਿੱਤੀ ਹੈ। ਕਹਿੰਦੇ ਪਿੰਨੀ ਰੈਣ ਚਮਕਿਆ, ਪਿੰਨੀ ਰੈਣ। ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਭਾਓ। ਅੰਮ੍ਰਿਤ ਵੇਲੇ ਰੱਬ ਕਸਤੂਰੀ ਵੰਡਦਾ, ਨਾਮ ਦੀ ਖੁਸ਼ਬੂਦਾਰ। ਅਤੇ ਜਿਹੜੀ ਉਹ ਕਸਤੂਰੀ ਅੰਮ੍ਰਿਤ ਵੇਲੇ ਦਿੰਦਾ ਹੈ ਨਾ, ਸੁੱਤਿਆਂ ਮਿਲੈ ਨਾ ਭਾਓ। ਅਤੇ ਜਿਹੜੇ ਸੁੱਤੇ ਰਹਿ ਜਾਂਦੇ, ਦਿਨ ਚੜ੍ਹੇ ਕਿਸੇ ਵੀ ਭਾਅ, ਕਿਸੇ ਵੀ ਕੀਮਤ 'ਤੇ ਲੈ ਨਹੀਂ ਸਕਦੇ, ਜਿੰਨਾ ਮਰਜ਼ੀ ਜ਼ੋਰ ਲਾ ਲੈ। ਆਖੇ ਜੀ ਹੁਣ 8 ਵਜੇ ਉੱਠ ਕੇ ਜਾਂ 9 ਵਜੇ ਉੱਠ ਕੇ ਹੁਣ ਮੈਂ ਸਮਾਧਿਸ਼ਟ ਹੋਵਾਂਗਾ ਜੀ, ਬ੍ਰਹਮ ਗਿਆਨੀ ਹਾਂ ਮੈਂ, ਤੇ ਨਾ। ਹਾਂ, ਬ੍ਰਹਮ ਗਿਆਨੀ ਹੋ ਜਾ। ਜਦੋਂ ਹੋ ਗਿਆ ਫਿਰ ਤੇਰੇ ਲਈ ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪ੍ਰਵਾਨ ਹੈ। ਉੱਥੇ ਜਾ ਕੇ ਤਾਂ ਤੇਰੇ ਲਈ ਸਭ ਸਮਾਨ ਹੈ। ਪਰ ਜੀਵ ਭਾਵ ਵਿੱਚ ਹਾਂ, ਜੀਵ ਕੋਟੀ ਵਿੱਚ ਹਾਂ, ਜੀਵ ਅਵਸਥਾ ਵਿੱਚ ਹਾਂ, ਇੱਥੇ ਕੁਝ ਕਰਨਾ ਪਏਗਾ। ਕਰਮਾਂ ਦੇ ਬੰਧਨ 'ਚ ਹਾਂ। ਕਰਮਾਂ ਦੇ ਵਿੱਚ ਜਿੰਨਾ ਚਿਰ ਫਸੇ ਹੋਏ ਆ, ਉਨਾ ਚਿਰ ਛੁਟਕਾਰਾ ਵੀ ਕਰਮਾਂ ਨਾਲੇ ਹੋਣਾ। ਉਦਾਹਰਨ ਇਹ ਦਿੱਤੀ ਹੈ, ਜਲ ਕਰ ਪੰਕਜ ਊਪਜੈ, ਜਲ ਕਰ ਪੰਕ ਵਿਨਾਸ਼। ਮੀਂਹ ਪੈਂਦਾ ਨਾ, ਚਿੱਕੜ ਮੀਂਹ ਕਰਦਾ ਨਾ, ਚਿੱਕੜ ਹੋ ਜੇ, ਪਾਣੀ ਨਾਲੇ ਚਿੱਕੜ ਹੁੰਦਾ। ਸੁੱਕੀ ਜ਼ਮੀਨ ਹੈ, ਉੱਥੇ ਪਾਣੀ ਪਾ ਦਿਓ ਅਤੇ ਚਿੱਕੜ ਪਾਣੀ 'ਚੋਂ ਹੀ ਪੈਦਾ ਹੁੰਦਾ। ਇੱਦਾਂ ਹੀ ਜੇ ਚਿੱਕੜ ਧੋਣਾ ਪਵੇ ਤਾਂ ਧੋਊਗਾ ਕੌਣ? ਧੋਊਗਾ ਵੀ ਪਾਣੀ। ਜਲ ਤੋਂ ਹੀ ਚਿੱਕੜ ਪੈਦਾ ਹੁੰਦਾ ਅਤੇ ਜਲ ਹੀ ਉਹਨੂੰ ਧੋਂਦਾ। ਮਨ ਹੀ ਤੇ ਬੰਧਨ ਪਰੈ, ਮਨ ਹੀ ਤੇ ਬੰਧ ਨਾਸ਼। ਇਹ ਸ਼ਾਸਤਰ, ਧਰਮ ਸ਼ਾਸਤਰ ਦੇ ਵਚਨ ਹਨ। ਇਸੇ ਤਰ੍ਹਾਂ ਹੀ ਮਨ ਹੈ ਜਿਹੜਾ, ਉਹ ਮਨ ਹੀ ਬੰਧਨ ਦਾ ਕਾਰਨ ਹੈ ਅਤੇ ਮਨ ਹੀ ਆਜ਼ਾਦੀ ਕਰਾਉਂਦਾ ਹੈ। ਜਦੋਂ ਮਨ ਮੰਨ ਜਾਂਦਾ ਹੈ ਗੁਰੂ ਵਾਲੇ ਪਾਸੇ, ਗੁਰੂ ਦਾ ਸਿੱਖ ਹੈ ਜਿਹੜਾ, ਫਿਰ ਉੱਧਰ ਨੂੰ ਜੁੜਦਾ ਹੈ, ਗੁਰੂ ਵਾਲੇ ਪਾਸੇ ਨੂੰ। ਜਦੋਂ ਗੁਰੂ ਵਾਲੇ ਪਾਸੇ ਨੂੰ ਜੁੜਦਾ ਹੈ ਤਾਂ ਫਿਰ ਗੁਰੂ ਵੀ ਉਹਦੇ ਉੱਤੇ ਕਿਰਪਾ ਕਰਦਾ ਹੈ। ਇਸ ਤਰੀਕੇ ਜਿੰਨਾ ਚਿਰ ਅਸੀਂ ਕਰਮ 'ਚ ਹਾਂ, ਉਤਨਾ ਸਮਾਂ ਕਰਮ 'ਚੋਂ ਛੁੱਟਣ ਲਈ ਕਰਮ ਦੀ ਪ੍ਰਧਾਨਤਾ ਰਹਿਣੀ। ਜਦੋਂ ਕਰਮਾਂ ਤੋਂ ਉੱਤੇ ਉੱਠ ਗਏ, ਅਕਰਤਾ ਹੋ ਗਏ, ਮੈਂ ਕੁਛ ਵੀ ਨਹੀਂ ਕਰ ਰਿਹਾ, ਆਪੇ ਹੋ ਰਿਹਾ, ਫਿਰ ਉਹਨੂੰ ਕਰਮਾਂ ਦਾ ਬੰਧਨ ਵੀ ਨਹੀਂ ਰਹਿੰਦਾ। ਕਰਨਾ ਕਰੇ, ਨਹੀਂ ਕਰਨਾ ਨਾ ਕਰੇ। ਪਰ ਨਿਯਮ ਇਹ ਹੈ ਗੁਰੂ ਘਰ ਦਾ, ਦਸ਼ਮੇਸ਼ ਪਿਤਾ ਨੇ ਭਾਈ ਰਾਮ ਕੌਰ ਜੀ ਨੂੰ ਦੱਸਿਆ ਸੀ ਇੱਕ ਵਾਰ, ਗੁਰੂ ਕਾ ਸਿੱਖ ਬ੍ਰਹਮ ਗਿਆਨੀ ਵੀ ਹੋ ਜਾਏ ਤਾਂ ਵੀ ਉਹਨੇ ਕਿਰਿਆ ਗੁਰਸਿੱਖਾਂ ਵਾਲੀ ਕਰਨੀ ਹੈ, ਵਿਦਿਆਰਥੀਆਂ ਵਾਲੀ ਕਰਨੀ ਹੈ। ਕਿਉਂ? ਅਨਮਤਾਂ ਦੇ ਵਿੱਚ ਬ੍ਰਹਮ ਗਿਆਨੀ ਦੇ ਉੱਤੇ ਕੋਈ ਕਿਸੇ ਤਰ੍ਹਾਂ ਦਾ ਨਿਯਮ ਲਾਗੂ ਨਹੀਂ ਹੁੰਦਾ। ਜੇਕਰ ਪੁਰਾਤਨ ਕਹਿ ਲਓ ਮਤ ਮਤਾਂਤਰਾਂ ਨੂੰ ਪੜ੍ਹੀਏ ਤਾਂ ਉਹਦੇ ਵਿੱਚ ਜਿਹੜਾ ਸੰਨਿਆਸੀ ਹੈ, ਸੰਨਿਆਸੀ ਬੰਦਾ, ਇਹਦੇ ਉੱਤੇ ਕੋਈ ਨਿਯਮ ਨਹੀਂ ਲਾਗੂ ਹੁੰਦਾ, ਕੋਈ ਧਰਮ ਦਾ। ਜਿਹੜਾ ਸੰਨਿਆਸੀ ਹੋ ਗਿਆ, ਉਹ ਭਾਵੇਂ 8 ਵਜੇ ਉੱਠੇ, ਭਾਵੇਂ ਉਹ 12 ਵਜੇ ਉੱਠੇ, ਭਾਵੇਂ ਰਾਤ ਨੂੰ ਚੌਂਕੜਾ ਮਾਰ ਕੇ ਬਹਿ ਜੇ, ਭਾਵੇਂ ਨਹਾਵੇ, ਭਾਵੇਂ ਨਾ ਨਹਾਵੇ, ਭਾਵੇਂ ਕੁਝ ਖਾਵੇ, ਭਾਵੇਂ ਮਾਸ ਖਾਈ ਜਾਏ, ਭਾਵੇਂ ਮਿੱਟੀ ਖਾਈ ਜਾਏ, ਭਾਵੇਂ ਕੱਪੜੇ ਜ਼ਿਆਦਾ ਪਾ ਲਵੇ, ਭਾਵੇਂ ਨਾ ਪਾਵੇ, ਇਹ ਸੰਨਿਆਸੀ ਦੀ ਹੈ। ਪਰ ਗੁਰਮਤਿ 'ਚ ਇਹ ਨਹੀਂ ਗੱਲ ਹੈ। ਗੁਰਮਤਿ 'ਚ ਉਹ ਸੰਨਿਆਸੀ ਜਿਹੜੀ ਬਹੁਤ ਉੱਚੀ ਅਵਸਥਾ ਹੈ ਉਹਨਾਂ ਦੇ ਲਈ। ਪਹਿਲਾਂ ਹੈ ਬ੍ਰਹਮਚਾਰੀ, ਫਿਰ ਹੈ ਗ੍ਰਸਤੀ, ਫਿਰ ਵਨਪ੍ਰਸਥ, ਫਿਰ ਚੌਥਾ ਹੈ ਸੰਨਿਆਸੀ। ਜਾ ਕੇ ਜਦੋਂ ਇਹਨਾਂ ਵੀ ਦੀ ਲੰਘ ਕੇ ਐਨ ਵਿੱਦਿਆ ਹਾਸਲ ਕਰ ਲਏ, ਆਤਮਿਕ ਵਿੱਦਿਆ। ਪਰ ਸਾਡੇ ਨਹੀਂ ਹੈ ਵੀ ਉਮਰ ਦੇ ਹਿਸਾਬ ਨਾਲ ਵੀ 75 ਤੋਂ 100 ਤੱਕ ਸੰਨਿਆਸ ਨਾ। ਸੰਨਿਆਸੀ ਤੂੰ ਭਾਵੇਂ 25 ਸਾਲਾਂ ਦਾ ਹੀ ਹੋ ਜਾ, ਜਣੀ ਆਸ ਨਿਰਾਸੀ ਤਉ ਸੰਨਿਆਸੀ। ਗੁਰਮਤਿ ਦਾ ਸੰਨਿਆਸੀ ਕੀ ਹੈ? ਆਸਾਂ ਤੋਂ ਉੱਤੇ ਉੱਠ ਜਾਣਾ, ਤੇਰੀਆਂ ਸਮਝ ਲੈ ਸੰਨਿਆਸ ਹੋ ਗਿਆ। ਪਰ ਸੰਨਿਆਸ ਹੁੰਦਾ ਸਵੈਂ ਤੋਂ ਨਿਆਸ ਹੋ ਜਾਣਾ, ਆਪਣੇ ਆਪੇ ਤੋਂ ਛੁਟਕਾਰਾ ਹੋ ਜਾਣਾ। ਸੰਨਿਆਸ ਦਾ ਭਾਵ ਹੁੰਦਾ ਸਵੈਂ ਨਿਆਸ, ਉੱਥੋਂ ਸ਼ਬਦ ਬਣਿਆ ਹੋਇਆ ਸੰਨਿਆਸ। ਪਰ ਗੁਰਮਤਿ ਇਹ ਕਹਿੰਦੀ ਹੈ ਕਿ ਜੇ ਤੂੰ ਸੰਨਿਆਸੀ ਵੀ ਭਾਵ ਉਸ ਅਵਸਥਾ ਨੂੰ ਵੀ ਟੱਚ ਕਰ ਜਾਏ, ਉੱਤੇ ਵੀ ਪਹੁੰਚ ਜਾਏ, ਬ੍ਰਹਮ ਆਰੂੜ ਅਵਸਥਾ ਜਿਹਨੂੰ ਕਹਿੰਦੇ, ਤਾਂ ਵੀ ਤੇਰੇ ਉੱਤੇ ਨਿਯਮ ਲਾਗੂ ਹੈ। ਤੈਂ ਬਾਣੀ ਪੜ੍ਹਨੀ ਪਊਗੀ, ਤਾਂ ਵੀ ਸਿਰ 'ਤੇ ਦਸਤਾਰ ਰੱਖ ਕੇ, ਵਸਤਰ ਪਹਿਨ ਕੇ, ਜੇ ਗੁਰਦੁਆਰੇ ਆਉਣਾ ਤਾਂ ਆਉਣਾ ਹੀ ਪਏਗਾ, ਮੱਥਾ ਟੇਕਣਾ ਅਤੇ ਗੁਰੂ ਨੂੰ ਟੇਕਣਾ ਹੀ ਪਏਗਾ।
ਇਹ ਨਹੀਂ ਵੀ ਮੈਂ ਤਾਂ ਬਹੁਤ ਵੱਡਾ ਹੋ ਗਿਆ ਜੀ, ਮੇਰੇ 'ਤੇ ਨਿਯਮ ਲਾਗੂ ਨਹੀਂ ਹੁੰਦਾ। ਇਹ ਗੱਲ ਹੈ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ, ਕਹਿੰਦੇ ਗੁਰਸਿੱਖ ਦੇ ਲਈ ਭਿੰਨੀ ਰੈਣ ਚਮਕਿਆ। ਹੁਣ ਅਸੀਂ ਤਾਂ ਕਰਮਾਂ 'ਚ ਮੱਧਾਂ, ਸਾਡੇ ਲਈ ਇੱਕ ਇੱਕ ਪਲ ਕੀਮਤੀ ਹੈ। ਸਾਡੇ ਲਈ ਸਵੇਰੇ ਦੀ ਅਲੱਗ ਕੀਮਤ ਹੈ, ਦੁਪਹਿਰ ਦੀ ਅਲੱਗ ਹੈ, ਸ਼ਾਮ ਦੀ ਕੁਛ ਅਲੱਗ ਹੈ। ਫਿਰ ਗੁਰੂ ਜੀ ਨੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਦਿੱਤੀ ਹੈ। ਜਿਹੜੇ ਗੁਰਸਿੱਖ ਅੰਮ੍ਰਿਤ ਵੇਲੇ ਅਭਿਆਸ ਨਾਲ ਜੁੜਦੇ ਹਨ, ਭਿੰਨੀ ਰੈਣ ਚਮਕਿਆ, ਕਹਿੰਦੇ ਫਿਰ ਭਿੰਨੀ ਜੀ ਮੱਧਮ ਜੀ ਰਾਤ, ਅੰਮ੍ਰਿਤ ਵੇਲਾ, ਫਿਰ ਕਹਿੰਦੇ ਜਦੋਂ ਨਾਮ ਨਾਲ ਜੁੜਦਾ ਹੈ ਉਦੋਂ ਫਿਰ ਅੰਦਰ ਆਤਮਿਕ ਚਮਕਾਰਾ ਵੱਜਦਾ ਹੈ। ਚਮਕਿਆ, ਚਮਕ ਹੁੰਦੀ ਹੈ ਅੰਦਰ। ਵੁੱਠਾ ਸ਼ਹਿਬਰ ਲਾਏ, ਇੱਕ ਵਾਰ ਬਿਜਲੀ ਚਮਕਦੀ, ਅੰਦਰ ਚਾਨਣ ਹੁੰਦਾ, ਪ੍ਰਕਾਸ਼ ਹੁੰਦਾ, ਉਸ ਤੋਂ ਬਾਅਦ ਜਲ ਵਰਸਦਾ। ਕਈ ਇੱਥੇ ਹੀ ਖੜੇ ਆ, ਅੰਦਰ ਪ੍ਰਕਾਸ਼ ਹੋ ਗਿਆ। ਇੱਕ ਮੈਨੂੰ ਵੀ ਗੁਰਮੁਖ ਪਿਆਰਾ ਮਿਲਿਆ, ਕਹਿੰਦਾ ਪ੍ਰਕਾਸ਼ ਹੋਇਆ ਕਦੇ? ਮੈਂ ਕਿਹਾ ਵੀ ਅਸੀਂ ਤਾਂ ਮੰਨਦੇ ਮਹਾਰਾਜ ਚਾਹੇ ਬਿਨਾਂ ਬਿਜਲੀ ਕੜਕਾਈ ਵਰਖਾ ਕਰ ਦੇਵੇ, ਉਹਦੀ ਕੀ ਹੈ, ਬਿਨ ਬਾਦਲ ਵਰਖਾ ਹੋਈ। ਅਸੀਂ ਚਾਨਣ ਚੁੰਨਣ 'ਤੇ ਨਹੀਂ ਖੜਨਾ। ਚਾਨਣ ਹੈ ਜਾਂ ਹਨੇਰਾ ਹੈ, ਸ਼ਬਦ ਕੋਈ ਵੱਜਿਆ ਕਿ ਨਹੀਂ ਵੱਜਿਆ, ਮਰਜ਼ੀ ਉਹਦੇ ਵਿੱਚ ਦੀ ਲੰਘਾ ਲਵੇ, ਨਹੀਂ ਲੰਘਾਉਣਾ ਤੇ ਨਾ ਲੰਘਾਵੇ। ਜੰਗਲ ਦੇ ਵਿੱਚ ਦੀ ਲੰਘ ਕੇ ਕਿਸੇ ਦੇਸ਼ 'ਚ ਪਹੁੰਚਣਾ ਹੈ, ਜੰਗਲ ਦੇ ਵਿੱਚ ਦੀ ਲੰਘੋਗੇ, ਹੋ ਸਕਦਾ ਸਾਰੇ ਜੀਵ ਜੰਤੂਆਂ ਨਾਲ ਵਾਹ ਪੈ ਜਾਏ, ਪਰ ਤੁਹਾਡੇ 'ਤੇ ਕਿਰਪਾ ਹੋਵੇ, ਤੁਹਾਡੇ ਗੁਰੂ ਸਮਰੱਥਾ ਵਾਲਾ ਚੁੱਕ ਕੇ ਜੰਗਲ ਦੇ ਉੱਤੋਂ ਦੀ ਜਾਂ ਕਿਸੇ ਹੋਰ ਰਾਹ ਤੋਂ ਲੈ ਜੇ, ਨਾ ਜੰਗਲ ਦੇ ਜੀਵ, ਤੁਸੀਂ ਮੰਜ਼ਿਲ 'ਤੇ ਪਹੁੰਚ ਗਏ। ਅਤੇ ਤੁਹਾਨੂੰ ਆਖੇ ਤੈਨੂੰ ਨਹੀਂ ਸ਼ੇਰ ਟੱਕਰਿਆ, ਤੈਨੂੰ ਨਹੀਂ ਗਧਾ ਟੱਕਰਿਆ, ਤੈਨੂੰ ਨਹੀਂ ਲੂੰਬੜ ਟੱਕਰਿਆ, ਉਹ ਨਹੀਂ ਟੱਕਰਿਆ ਤੇ ਨਾ ਸਹੀ। ਅਸੀਂ ਤਾਂ ਆਪਣੇ ਗੁਰੂ 'ਤੇ ਹੀ ਭਰੋਸਾ ਰੱਖਣਾ, ਜੋ ਗੁਰੂ ਨੇ ਸਾਨੂੰ ਦੇਣਾ, ਔਰ ਗੁਰੂ ਅਵੱਸ਼ਯ ਆਪਣੇ ਸਿੱਖ ਨੂੰ ਦਿੰਦਾ। ਇਹ ਗੁਰੂ ਆਪਣੇ ਸਿੱਖ ਨੂੰ ਵਸਤੂ ਦਿੰਦਾ ਹੀ ਦਿੰਦਾ। ਗੁਰਸਿੱਖ ਝੂਲੀ ਅੱਡੇ, ਗੁਰੂ ਕਾ ਸਿੱਖ ਤਿਆਰ ਹੋਵੇ। ਗੁਰਬਾਣੀ 'ਚ ਲਿਖਿਆ, ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੈ ਕੋ ਜਾਵੋ। ਪਹਿਲਾਂ ਦੁੱਧ ਪਵਾਉਣ ਦੇ ਲਈ ਭਾਂਡਾ ਸ਼ੁੱਧ ਕਰੀਦਾ ਹੈ। ਆਪਣੇ ਅੰਤਹਿਕਰਨ ਨੂੰ, ਆਪਣੇ ਅੰਦਰ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਸ਼ੋਧਣਾ। ਬਸ ਜਦੋਂ ਆਪਣੇ ਅੰਦਰ ਨੂੰ ਸ਼ੋਧ ਲਈਏ, ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਓ ਖਲਾ ਅਗਨ ਤਪ ਤਾਓ, ਭਾਂਡਾ ਪਾਓ ਅੰਮ੍ਰਿਤ ਤੇ ਢਾਲ, ਘੜੀਆ ਸ਼ਬਦ ਸੱਚੀ ਵਿਚਾਰ। ਫਿਰ ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਫਿਰ ਐਸੀ ਨਦਰ ਕਰਦਾ ਹੈ ਨਿਹਾਲ ਮਿਹਰ। ਤਾਂ ਚਮਕ ਇੱਕ ਐਸੀ ਗੱਲ ਵੀ ਹੁੰਦੀ, ਜਦੋਂ ਅਸੀਂ ਕਈ ਗੱਲਾਂ ਨੂੰ ਮਨ ਵਿੱਚ ਸੋਚਣ ਲੱਗ ਜਾਂਦੇ ਨਾ, ਵੀ ਅੰਦਰ ਕੋਈ ਚਮਕਾਰੇ ਵੱਜਣਗੇ, ਅੰਦਰ ਕੁਝ ਦਿਸੇਗਾ, ਅਤੇ ਬੰਦਾ ਆਪਣੇ ਅੰਦਰ ਉਸ ਚੀਜ਼ ਨੂੰ ਮੰਨਣ ਲੱਗ ਜਾਂਦਾ। ਕਈ ਵਾਰ ਗੱਲ ਹੁੰਦੀ ਵੀ ਨਹੀਂ, ਆਪਣੇ ਆਪ ਉਹਨੂੰ ਲੱਗਣ ਲੱਗ ਜਾਂਦਾ। ਮੇਰੇ ਨਾਲ ਇੱਦਾਂ ਹੋ ਗਿਆ। ਹਾਰਵਰਡ ਯੂਨੀਵਰਸਿਟੀ ਦੇ ਵਿੱਚ ਇੱਕ ਇਹ ਬਹੁਤ ਜਾਣੀ ਕੀਤਾ ਗਿਆ ਸੀ ਇਸ ਦੇ ਉੱਤੇ ਤਜਰਬਾ। ਇੱਕ ਪ੍ਰੋਫੈਸਰ ਆਇਆ, ਕਲਾਸ ਦੇ ਵਿੱਚ ਬੈਠਾ, ਉਹ ਇੱਕ ਬੋਤਲ ਲਿਆ, ਬੋਤਲ ਵਿੱਚ ਕੁਛ ਵੀ ਨਹੀਂ ਸੀ, ਖਾਲੀ ਸੀ, ਕੱਪੜੇ ਨਾਲ ਢੱਕੀ ਹੋਈ ਸੀ, ਢੱਕਣ ਲਾਇਆ ਹੋਇਆ ਸੀ। ਉਹਨੇ ਲਿਆ ਕੇ ਵਿਦਿਆਰਥੀਆਂ ਦੇ ਕੋਲ ਉਹ ਬੈਂਚ ਉੱਤੇ ਰੱਖੀ, ਅਤੇ ਆਪ ਕਹਿਣ ਲੱਗਾ, ਕਹਿੰਦਾ ਵੀ ਬੱਚਿਓ ਅੱਜ ਆਪਾਂ ਇੱਕ ਐਕਸਪੈਰੀਮੈਂਟ ਕਰਨਾ ਨਵਾਂ। ਉਹ ਕਹਿੰਦੇ ਕੀ? ਕਹਿੰਦਾ ਇਹਦੇ ਵਿੱਚ ਇੱਕ ਲਿਮੋਇਨ ਗੈਸ ਦਾ ਨਾਂ ਲਿਆ ਉਹਨੇ। ਕਹਿੰਦਾ ਉਹ ਗੈਸ ਹੈ, ਦੇਖਣਾ ਹੈ ਵੀ ਕਿਹਦੇ ਕੋਲ ਸਭ ਤੋਂ ਪਹਿਲਾਂ ਪਹੁੰਚਦੀ ਹੈ। ਮੈਂ ਢੱਕਣ ਖੋਲੂੰਗਾ, ਦੇਖਣਾ ਕਿਹਦੇ ਕੋਲ ਸਭ ਤੋਂ ਪਹਿਲਾਂ ਪਹੁੰਚਦੀ ਤੁਹਾਡੇ ਕੋਲ। ਬਸ ਉਹਨੇ ਢੱਕਣ ਖੋਲ੍ਹਿਆ, ਆਪ ਰੁਮਾਲ ਲੈ ਲਈ, ਕਿਉਂਕਿ ਉੱਦਾਂ ਦਾ ਮਾਹੌਲ ਜਿਹਾ ਬਣਾਉਣਾ ਪੈਂਦਾ ਨਾ। ਰੁਮਾਲ ਲਈ ਨੱਕ 'ਤੇ ਲੈ ਕੇ ਪਿੱਛੇ ਖੜ੍ਹ ਗਿਆ। ਬਸ ਥੋੜ੍ਹੇ ਜਿਹੇ ਟਾਈਮ ਬਾਅਦ ਅਗਲੀ ਲਾਈਨ 'ਚੋਂ ਇੱਕ ਜਣੇ ਦਾ ਹੱਥ ਉੱਠ ਗਿਆ, ਕਹਿੰਦਾ ਜੀ ਮੈਨੂੰ ਆਈ। ਫਿਰ ਦੂਜੇ ਨੇ ਕਿਹਾ ਮੈਨੂੰ ਆਈ ਸਮੈਲ, ਤੀਜੇ ਨੇ ਕਿਹਾ। ਦੇਖਦੇ ਦੇਖਦੇ 15 ਸਕਿੰਟ ਦੇ ਵਿੱਚ ਪੂਰੀ ਕਲਾਸ ਨੇ ਇਹ ਗੱਲ ਆਖੀ, ਕਹਿੰਦੇ ਜੀ ਸਮੈਲ ਆਈ ਸਾਨੂੰ। ਬਾਅਦ ਵਿੱਚ ਉਹਨੇ ਕੱਪੜਾ ਲਾ ਕੇ ਦਿਖਾਇਆ, ਔਰ ਉਹਨੇ ਦੱਸਿਆ ਵੀ ਬੋਤਲ 'ਚ ਕੁਛ ਨਹੀਂ ਸੀ, ਖਾਲੀ ਸੀ ਇਹ। ਪਰ ਉਹਨਾਂ ਬੱਚਿਆਂ ਨੇ ਆਖਿਆ ਵੀ ਭਾਵੇਂ ਖਾਲੀ ਸੀ, ਪਰ ਸਾਨੂੰ ਸਮੈਲ ਆਈ ਜ਼ਰੂਰ। ਫਿਰ ਉੱਥੋਂ ਉਹਨਾਂ ਨੇ ਇਹ ਤੱਤ ਕੱਢਿਆ ਵੀ ਮਨ ਕਈ ਵਾਰ
ਜਿਸ ਚੀਜ਼ ਬਾਰੇ ਸੋਚਦਾ ਉਹ ਚੀਜ਼ ਨੂੰ ਪ੍ਰਗਟ ਕਰ ਲੈਂਦਾ ਬੰਦਾ। ਹੁਣ ਇਹਦੇ ਜਦੋਂ ਅਸੀਂ ਪੁਰਾਣਕ ਹਵਾਲੇ ਪੁਰਾਣੇ ਸਾਹਿਤਾਂ ਵਿੱਚ ਜਾਵਾਂਗੇ ਅਤੇ ਦੇਖਦੇ ਹਾਂ, ਸੁਣੀਦਾ ਕਿ ਰਿਸ਼ੀ ਮੁਨੀ ਤਪ ਕਰਦੇ ਸੀ ਜੰਗਲ ਵਿੱਚ ਬੈਠ ਕੇ। ਉਹਨਾਂ ਦਾ ਤਪ ਡੁਲਾਉਣ ਦੇ ਲਈ ਅਪਸਰਾਵਾਂ ਆ ਜਾਂਦੀਆਂ ਸੀ। ਸੁਣੀਆਂ ਹੋਣੀਆਂ ਤੁਸੀਂ ਵੀ ਕਹਾਣੀਆਂ, ਇਹ ਪੰਚਤੰਤਰ ਦੀਆਂ ਇਹ ਸਾਖੀਆਂ ਨੇ। ਪਰ ਜਿਹੜਾ ਵਿਗਿਆਨ ਇਸ ਚੀਜ਼ ਨੂੰ ਮੰਨਦੀ ਆ, ਉਹ ਕਹਿੰਦੀ ਆ ਵੀ ਭਾਵੇਂ ਆਈਆਂ ਹੁਣ ਭਾਵੇਂ ਨਾ ਆਈਆਂ ਹੁਣ, ਦੂਜਾ ਬੰਦਾ ਕਹੂ ਮੈਂ ਤਾਂ ਦੇਖੀਆਂ ਨਹੀਂ, ਪਰ ਉਹਦੇ ਲਈ ਆਈਆਂ ਕਿਉਂਕਿ ਉਹ ਬੰਦਾ ਜੁੜਿਆ ਹੀ ਉਹਦੇ ਨਾਲ ਸੀ। ਉਹ ਤੋਂ ਛੁੱਟਣ ਦੇ ਲਈ ਦਿਨ ਰਾਤ ਉਸੇ ਦੀ ਚਿਤਵਨੀ 'ਚ ਸੀ ਵੀ ਇਹ ਤੋਂ ਛੁਟਕਾਰਾ ਪਾ ਲਵਾਂ, ਇਸਤਰੀ ਤੋਂ ਛੁਟਕਾਰਾ ਪਾ ਲਵਾਂ। ਇਸ ਲਈ ਜਿਹੜੀ ਚੀਜ਼ ਦੇ ਬਾਰੇ ਜ਼ਿਆਦਾ ਸੋਚੀ ਜਾਣਾ, ਉਹ ਆਖਰ ਨੂੰ ਕਿੰਨਾ ਕੁ ਉਸ ਨੂੰ ਦੱਬੂਗਾ, ਕਿੰਨਾ ਕੁ ਦੱਬੂਗਾ। ਉਹ ਫਿਰ ਬਾਹਰ ਕਹਿ ਲਓ ਕਿ ਉਹਨੂੰ ਇਮੈਜਿਨ ਕਰਨ ਲੱਗ ਜਾਂਦਾ, ਉਸ ਚੀਜ਼ ਨੂੰ ਬਣਾ ਲੈਂਦਾ, ਕਲਪਨਾ ਕਰਨ ਲੱਗ ਜਾਂਦਾ। ਉਹ ਪ੍ਰਗਟ ਰੂਪ 'ਚ ਹੋ ਜਾਂਦੀਆਂ ਕਈ ਵਾਰੀ ਉਹ ਚੀਜ਼ਾਂ। ਤਦੇ ਗੁਰੂ ਨਾਨਕ ਦੇ ਸਿੱਖ ਨੂੰ ਇਹਨਾਂ ਚੀਜ਼ਾਂ 'ਚ ਦਬਾਇਆ ਨਹੀਂ ਜਾ ਸਕਦਾ। ਗੁਰੂ ਨਾਨਕ ਦੇ ਸਿੱਖ, ਗੁਰੂ ਨਾਨਕ ਦੇ ਜੋਗੀ ਐਸੇ ਜੋਗੀ ਹੈ ਜਿਨ੍ਹਾਂ ਨੂੰ ਨਾ ਧਨ ਦਿਖਾ ਕੇ ਡੁਲਾਇਆ ਜਾ ਸਕਦਾ, ਨਾ ਤਨ ਦਿਖਾ ਕੇ ਡੁਲਾਇਆ ਜਾ ਸਕਦਾ। ਜਦੋਂ ਗੁਰੂ ਨਾਨਕ ਦੇਵ ਸਾਹਿਬ ਇੱਕ ਵਾਰ ਗਏ ਰਾਜੇ ਸ਼ਿਵਨਾਭ ਦੇ ਕੋਲ, ਉਹਨੇ ਐਸਾ ਕੀਤਾ ਵੀ। ਅਤੇ ਜਦੋਂ ਇਤਿਹਾਸ ਵਿੱਚ ਆਉਂਦਾ, ਪੁਰਾਤਨ ਜਨਮ ਸਾਖੀ ਬਲਾਇਤ ਵਾਲੀ ਵਿੱਚ ਵੀ ਆਉਂਦਾ ਹੈ ਕਿ ਜਦੋਂ ਕਾਮਰੂਪ ਦੇਸ, ਉਹਨਾਂ ਨੇ ਕੌਰੂ ਲਿਖਿਆ। ਕੌਰੂ ਕਾਮਰੂਪ ਦਾ ਹੀ ਸ਼ਾਰਟ 'ਚ ਕਹਿ ਲਓ ਕਿ ਸ਼ਬਦ ਹੈ। ਕਾਮਰੂਪ ਦੇਸ਼ ਵਿੱਚ ਜਦੋਂ ਗਏ ਢਾਕੇ ਵੱਲ, ਉੱਥੇ ਦੀ ਜਾਦੂਗਰਨੀ ਸੀ, ਨੂਰ ਜਹਾਂ ਜੀ ਦਾ ਨਾਂ ਸੀ। ਜਦੋਂ ਉਹਨੇ ਦੇਖਿਆ ਵੀ ਇਹ ਤਾਂ ਡੋਲਦੇ ਹੀ ਨਹੀਂ ਕਿਸੇ, ਉਹਨੇ ਫਿਰ ਆਪਣੀਆਂ ਸਾਥਣਾਂ ਨੂੰ ਆਖਿਆ, ਫਿਰ ਨਾਚ ਨ੍ਰਿਤ ਉਹਨਾਂ ਨੇ ਕੀਤਾ। ਅਤੇ ਗੁਰੂ ਪਾਤਸ਼ਾਹ ਜੀ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤੇ, ਗੱਲੀ ਅਸੀਂ ਚੰਗੀਆਂ ਚਾਰੀ ਬੁਰੀਆਂ, ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਟਵੀਆਂ। ਬੇਟਾ ਰਾਜੇ ਕੋਲ ਵੀ ਆਖਿਆ, ਗਾਛੋ ਪੁੱਤਰੀ ਰਾਜ ਕੁਆਰ, ਇਹ ਪੁੱਤਰੀ ਉਹ ਰਾਜ ਕੁਆਰੀ, ਉਹ ਆ ਕੀ ਕਰੀ ਜਾਂਦੇ? ਨਾਮ ਭਣੋ ਸੱਚ ਦੋਤ ਸਵਾਰ, ਨਾਮ ਜਪੋ ਤੁਹਾਡੇ ਅੰਦਰ ਨੂੰ ਸਵਾਰੇ। ਅਤੇ ਉਹਨਾਂ ਨੂੰ ਝੁਕਣਾ ਪਿਆ ਵੀ ਇਹਨਾਂ ਨੂੰ ਡੁਲਾਇਆ ਨਹੀਂ ਜਾ ਸਕਦਾ ਕਿਸੇ ਚੀਜ਼ ਨਾਲ। ਕੀ ਡੁਲਾਉਂਗੇ? ਉਹਨਾਂ ਨੇ ਛੱਡੀ ਉਹ ਨਹੀਂ ਉਹ ਚੀਜ਼, ਉਹਦੇ ਨਾਲ ਜੁੜੇ ਆ। ਉਹ ਘਰ ਪਰਿਵਾਰ ਵਿੱਚ ਜੁੜੇ ਆ, ਉਹ ਘਰ 'ਚ ਰਹਿੰਦੇ ਆ। ਘਰ ਦਿਖਾ ਕੇ ਗੁਰੂ ਨਾਨਕ ਦੇ ਸਿੱਖ ਨੂੰ ਕੀ ਕੋਈ ਡੁਲਾ ਲਏਗਾ? ਕੋਈ ਰੂਪ ਦਿਖਾ ਕੇ ਕੀ ਡੁਲਾ ਲਏਗਾ? ਉਹਦੇ ਘਰ ਧੀ ਹੈ, ਉਹਦੇ ਘਰ ਮਾਂ ਹੈ, ਉਹਦੇ ਘਰ ਭੈਣ ਹੈ, ਉਹਦੇ ਘਰ ਪਤਨੀ ਹੈ, ਗ੍ਰਸਤੀ ਹੈ। ਜਦੋਂ ਕਿਸੇ ਰੂਪ ਨੂੰ ਦੇਖਦਾ, ਉਹਦੇ ਸਾਹਮਣੇ ਖੜ੍ਹਦੀਆਂ ਉਹ ਬਾਣੀ। ਭਾਈ ਗੁਰਦਾਸ ਜੀ ਕਹਿੰਦੇ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣਾ, ਉਹ ਸਾਹਮਣੇ ਆ ਖੜ੍ਹਦੀਆਂ, ਮੇਰੀ ਮਾਂ ਮੇਰੀ ਭੈਣ ਹੈ, ਮੇਰੀ ਧੀ ਹੈ। ਕਿਵੇਂ ਡਲਾਉਂਗੇ? ਏਕਾ ਨਾਰੀ ਜਤੀ ਹੋਏ ਪਰ ਨਾਰੀ, ਧੀ ਭੈਣ ਵਿਖਾਣਾ, ਉਹਨੂੰ ਸਿੱਖਿਆ ਮਿਲਦੀ ਹੈ। ਤਾਂ ਗੁਰੂ ਕੇ ਸਿੱਖ ਨੂੰ ਡਲਾਉਣਾ ਬੜਾ ਔਖਾ ਹੈ, ਕਿਉਂਕਿ ਗੁਰੂ ਨੇ ਜਿਹੜਾ ਸਾਨੂੰ ਮਾਰਗ ਦਿੱਤਾ ਹੈ, ਇੰਨਾ ਸੋਹਣਾ ਔਰ ਇਤਨਾ ਸੁੰਦਰ ਮਾਰਗ ਹੈ, ਸਹਿਜ ਦਾ ਮਾਰਗ ਹੈ। ਪਰ ਆਮ ਤੌਰ 'ਤੇ ਸਾਧ ਸੰਗਤ ਜੀ, ਜਦੋਂ ਕੋਈ ਬੰਦਾ ਕਿਸੇ ਮਾਰਗ 'ਤੇ ਚੱਲਦਾ ਦੂਜੇ ਮਤ ਮਤਾਂਤਰਾਂ 'ਚ, ਉਹਦੇ ਵਿੱਚ ਇੱਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਆ ਜਾਂਦੀਆਂ ਨੇ। ਇੱਦਾਂ ਹੀ ਉਹਦੇ ਵਿੱਚ ਚਮਕਾਰੇ ਵੀ ਵੱਜਣੇ, ਅੰਦਰ ਰੰਗ ਆਉਣੇ। ਕਈ ਬੰਦੇ ਜੇ ਉਹਨਾਂ ਨੂੰ ਕਹਿ ਦਿਓ ਜੀ 7 ਰੰਗ ਅੰਦਰ ਬੈਠਿਆਂ ਦਿਖਦੇ ਆ, ਤੁਹਾਨੂੰ ਮੇਰੇ 'ਤੇ ਯਕੀਨ ਹੋਣਾ ਚਾਹੀਦਾ। ਜੇ ਤੁਸੀਂ ਮੇਰੇ 'ਤੇ 100% ਯਕੀਨ ਕਰ ਲਓਗੇ, ਅੱਜ ਮੈਂ ਤੁਹਾਨੂੰ ਕਹੂੰਗਾ, ਕੱਲ੍ਹ ਨੂੰ ਤੁਹਾਨੂੰ ਰੰਗ ਦਿਖਣ ਲੱਗ ਜਾਣਗੇ। ਤੁਹਾਡੀ ਧਾਰਨਾ ਮੇਰੇ ਉੱਤੇ ਕਿੰਨੀ ਹੈ, ਮੇਰੇ 'ਤੇ ਵਿਸ਼ਵਾਸ ਕਿੰਨਾ ਹੈ, ਮੇਰੀ ਕਹੀ ਗੱਲ ਕਿੰਨੀ ਤੁਹਾਡੇ ਸੁਰਤ ਉੱਤੇ ਜਾ ਕੇ ਵੱਜਦੀ ਹੈ, ਔਰ ਉਹਨੂੰ ਕਿੰਨੀ ਛੇਤੀ ਉਹ ਮੰਨਦਾ ਹੈ, ਨਾਲ ਦੀ ਨਾਲ ਉਹ ਕੁਝ ਵਰਤਣ ਲੱਗ ਜਾਂਦਾ ਹੈ। ਇਹ ਸਭ ਕਲਪਨਾਵਾਂ ਤੋਂ ਪਰੇ ਅਸਲ ਸੱਚ ਹੈ ਜਿਹੜਾ, ਉਹ ਸੱਚ ਗੁਰੂ ਸਿੱਖ ਨੂੰ ਦਿੰਦਾ। ਗੁਰੂ ਜੀ ਨੇ ਇਹਨਾਂ ਚੀਜ਼ਾਂ ਨੂੰ, ਕਲਪਨਾ ਨੂੰ, ਨੱਕ 'ਤੇ ਧਿਆਨ ਧਰਨ ਨੂੰ, ਅੱਖਾਂ ਦੇ ਭਰਵੱਟਿਆਂ 'ਤੇ ਲਾ ਕੇ ਕਰਨ ਨੂੰ, ਜਾਂ ਰੰਗ ਬਿਰੰਗੇ ਜੇ ਦੇਖਣ ਨੂੰ, ਇਹਨਾਂ ਨੂੰ ਕੁਛ ਨਹੀਂ। ਗੁਰੂ ਕਾ ਸਿੱਖ ਜਪੋ ਤਾਂ ਏਕੋ ਨਾਮਾ। ਤੁਹਾਨੂੰ ਬੜੀਆਂ ਧਿਆਨ ਦੀਆਂ ਵਿਧੀਆਂ ਬੜੀਆਂ ਲੱਭਣਗੀਆਂ ਬਾਜ਼ਾਰਾਂ 'ਚ, ਬੜੇ ਲੋਕ ਮਿਲਣਗੇ। ਇੱਥੇ ਇੱਕ ਆਏ ਸੀ, ਕੋਈ ਮਾਈਆਂ ਸੀ, ਚਿੱਟੇ ਜਿਹੇ ਕੱਪੜੇ ਪਾਏ ਹੋਏ ਸੀ, ਅਤੇ ਉਹ ਬਜ਼ੁਰਗ ਸੀ। ਉਹਨਾਂ ਨੇ ਜਾਣਾ ਸੀ ਇੱਧਰ ਆਪਣਾ ਜਿਹੜਾ ਵਿਰਾਸਤ-ਏ ਖਾਲਸਾ, ਉੱਧਰ ਨੂੰ ਜਾਣਾ ਸੀ। ਅਤੇ ਮੇਰੇ ਨਾਲ ਬੈਠ ਕੇ ਬਜ਼ੁਰਗ ਸੀ, ਹੱਥ ਦੇ ਦਿੱਤਾ ਗੱਡੀ ਨੂੰ। ਮੈਂ ਕਿਹਾ ਚਲੋ ਛੱਡ ਦਿੰਦੇ ਹਾਂ ਤੁਹਾਨੂੰ।
ਅਤੇ ਉਹ ਜਦੋਂ ਬੈਠੇ ਉੱਥੋਂ ਉੱਥੇ ਜਾਣ ਤੱਕ ਉਹਨਾਂ ਨੇ ਜਾਣੀ ਕਿਹਾ ਵੀ ਕਹਿੰਦੇ ਕਦੇ ਦਸਵਾਂ ਦੁਆਰ, ਕਦੇ ਕੋਈ ਸ਼ਬਦ, ਕਦੇ ਕੋਈ ਚਮਕਾਰਾ, ਉਹਦੇ ਬਾਰੇ ਧਿਆਨ ਦੀ ਵਿਧੀ ਕੋਈ ਸਿੱਖਣੀ। ਮੈਂ ਪਹਿਲਾਂ ਸੁਣੀ ਗਿਆ ਉਹਨਾਂ ਦੀਆਂ ਗੱਲਾਂ, ਕਾਫੀ ਕਈ ਮਹੀਨਿਆਂ ਦੀ ਗੱਲ ਹੈ ਇਹ, ਉਦੋਂ ਲੋਕਡਾਊਨ ਤੋਂ ਕਾਫੀ ਟਾਈਮ ਪਹਿਲਾਂ। ਅਤੇ ਫਿਰ ਜਦੋਂ ਗੱਲਬਾਤ ਖੁੱਲ੍ਹੀ ਉਹਨਾਂ ਨੂੰ ਮੈਂ ਗੁਰਬਾਣੀ ਬਾਰੇ ਦੱਸਿਆ ਵੀ ਸਾਡੇ ਤਾਂ ਗੁਰਬਾਣੀ ਅਨਹਦ ਸ਼ਬਦ ਹੈ। ਗੁਰਬਾਣੀ ਤੁਸੀਂ ਤਾਂ 5 ਸ਼ਬਦਾਂ ਦੀ ਗੱਲ ਕਰਦੇ, 31 ਰਾਗ ਤਾਂ ਸਿੱਧੇ ਹੀ ਹੈ ਇਹਦੇ 'ਚ, ਅਤੇ ਅੱਗੇ ਮਿਸ਼ਰਤ ਹੈ ਜਿਹੜੇ। ਅਗਰ ਰਾਗਮਾਲਾ ਪੜ੍ਹੀਏ ਤਾਂ ਫਿਰ 18 10 20 ਸਭੈ ਪੁੱਤਰ ਰਾਗਨ ਕੇ ਇੰਨੇ ਹੈ। ਅਤੇ ਉਹਦੇ ਵਿੱਚੋਂ ਫਿਰ ਜਦੋਂ ਉਹਨਾਂ ਦੇ ਅੱਗੇ ਅੰਸ਼ਾਂ ਲਾਓਗੇ ਤਾਂ ਇੰਨੇ ਰੰਗ ਨੇ, ਇੰਨੇ ਸ਼ਬਦ ਨੇ, ਸਾਰੇ ਜਾ ਕੇ ਅਨਹਦ ਸ਼ਬਦ ਗੁਰੂ ਦੀ ਬਾਣੀ ਵਿੱਚ ਜਾ ਕੇ ਸਮਾ ਜਾਂਦੇ। ਗੁਰਬਾਣੀ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰੂ ਕੇ ਸਿੱਖ ਦੇ ਲਈ ਗੁਰੂ ਵੱਲ ਮੂੰਹ ਹੋਣਾ ਹੀ ਨਾਦ ਹੈ, 5 ਸ਼ਬਦ ਹੈ ਬਸ। ਸਾਡੇ ਲਈ ਵਾਹਿਗੁਰੂ 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 ਵਾਹਿਗੁਰੂ, ਬਸ। ਇੱਦੋਂ ਅੱਗੇ ਸਾਡੇ ਲਈ ਕੁਝ ਨਹੀਂ, ਇਹਦੇ 'ਚ ਸਭ ਕੁਝ ਹੈ। ਇਹ ਜਿੱਧਰ ਲੈ ਜਾਏ ਇਹਦੇ ਪਿੱਛੇ ਪਿੱਛੇ ਜਾਣਾ ਹੈ। ਇਉਂ ਗੁਰੂ ਜੀ, ਹੁਣ ਥੋੜ੍ਹਾ ਜਿਹਾ ਲੰਮਾ ਹੋ ਜਾਏਗਾ ਉਹ ਸਬਜੈਕਟ, ਹੈ ਬੜਾ ਕਮਾਲ ਦਾ। ਹੁਣ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ, ਕਹਿੰਦੇ ਭਿੰਨੀ ਰਹਿਣ ਚਮਕਿਆ। ਭਿੰਨੀ ਰਹਿਣ ਫਿਰ ਚਮਕਿਆ ਕਿ ਅੰਦਰ ਪ੍ਰਗਟ ਹੁੰਦਾ ਹੈ, ਉਸ ਉਤਸ਼ਾਹ ਪੈਦਾ ਹੁੰਦਾ। ਮੁੱਠਾ ਸ਼ਹਿਬਰ ਲਾਏ, ਫਿਰ ਸ਼ਹਿਬਰ ਲਾ ਕੇ ਵਰਸਦਾ, ਫਿਰ ਤ੍ਰਿਪਤ ਹੁੰਦਾ। ਜਿਤ ਵੁੱਠੈ ਅਨ ਧਨ ਬਹੁਤ ਊਪਜੈ, ਜਾਂ ਸਹੁ ਕਰੇ ਰਜਾਏ। ਫਿਰ ਇੰਨਾ ਕੁ ਵਰਸਦਾ, ਅੰਮ੍ਰਿਤ ਵੇਲੇ ਦੀ ਕਮਾਈ ਇੰਨੀ ਕੁ ਫਲਦੀ ਹੈ। ਜਿਤ ਵੁੱਠੈ ਅਨ ਧਨ ਬਹੁਤ ਊਪਜੈ, ਜਿਹਦੇ ਨਾਲ ਫਿਰ ਜਿਵੇਂ ਮੀਂਹ ਪੈਣ ਨਾਲ ਅੰਨ ਪੈਦਾ ਹੁੰਦਾ, ਅੰਨ ਤੋਂ ਫਿਰ ਅੱਗੇ ਧਨ ਪੈਦਾ ਹੁੰਦਾ। ਇਸ ਤਰੀਕੇ ਅੰਮ੍ਰਿਤ ਵੇਲੇ ਜਦੋਂ ਗੁਰਸਿੱਖ ਬਾਣੀ ਨਾਲ ਨਾਮ ਨਾਲ ਜੁੜਦਾ ਹੈ, ਫਿਰ ਉਹਦੇ ਅੰਦਰ ਆਤਮਿਕ ਧਨ ਪੈਦਾ ਹੁੰਦਾ। ਫਿਰ ਉਹ ਅੰਨ ਕੀ, ਉਹਦੀ ਮਨ ਦੀ ਖੁਰਾਕ, ਉਹਦੀ ਰੂਹ ਦੀ ਖੁਰਾਕ ਹੈ। ਅੰਨ ਧਨ ਕੀ ਨਾਮ ਦਾ ਧਨ ਬਹੁਤ ਉਪਜੈ, ਬੜਾ ਪੈਦਾ ਹੁੰਦਾ। ਪਰ ਜਾਂ ਸਹੁ ਕਰੇ ਰਜਾਏ, ਜਦੋਂ ਸਹੁ ਪ੍ਰਮਾਤਮਾ ਦੀ ਰਜਾ ਕਿਰਪਾ ਵਰਤਦੀ ਹੈ, ਜਦੋਂ ਉਹਦੀ ਰਜਾ 'ਚ ਗੁਰਸਿੱਖ ਆਉਂਦਾ ਹੈ। ਜਿਤ ਖਾਧੈ ਮਨ ਤ੍ਰਿਪਤੀ ਹੈ, ਜੀਆਂ ਜੁਗਤ ਸਮਾਏ। ਜਿਤ ਖਾਧੈ ਨਾਮ ਧਨ ਐਸੀ ਕਹਿ ਲਓ ਕਿ ਖੁਰਾਕ ਹੈ, ਜਿਹਨੂੰ ਛਕਣ ਦੇ ਨਾਲ ਮਨ ਤ੍ਰਿਪਤੀ ਹੈ, ਮਨ ਵੀ ਤ੍ਰਿਪਤ ਹੋ ਜਾਂਦਾ ਹੈ। ਦੂਜੀਆਂ ਖੁਰਾਕਾਂ ਨੇ ਜਿਹਨਾਂ ਨੂੰ ਛਕਿਆ ਢਿੱਡ ਰੱਜਦਾ, ਮਨ ਨਹੀਂ। ਕਈ ਵਾਰੀ ਕਹਿੰਦੇ ਉੱਦਾਂ ਰੱਜ ਕੇ ਹੈ ਬੜੀ ਸਵਾਦ ਹੈ, ਹਜੇ ਮਨ ਨਹੀਂ ਰੱਜਦਾ। ਪਰ ਨਾਮ ਦੀ ਐਸੀ ਦੌਲਤ ਹੈ, ਐਸੀ ਖੁਰਾਕ ਹੈ, ਇਹਦੇ ਨਾਲ ਮਨ ਰੱਜ ਜਾਂਦਾ। ਜਿਨ੍ਹਾਂ ਦਾ ਮਨ ਰੱਜਿਆ ਹੋਵੇ ਉਹਨਾਂ ਦੀ ਬਾਹਰੀ ਖੁਰਾਕ ਵੀ ਬੜੀ ਬਹੁਤ ਮਤਲਬ ਕਿ ਕਹਿ ਲਓ ਕਿ ਲੋੜ ਅਨੁਸਾਰ ਹੁੰਦੀ ਹੈ। ਬਸ ਵਾਸ਼ਨਾ ਨਾਲੇ ਰੱਜ ਜਾਂਦੇ। ਇਹ ਮਨ ਦੀ ਰੱਜਣ ਦੀ ਨਿਸ਼ਾਨੀ। ਕਈਆਂ ਨੂੰ ਤ੍ਰਿਪਤੀ ਨਹੀਂ ਆਉਂਦੀ, ਬੜੇ ਪਦਾਰਥ ਕਈ ਬੰਦੇ ਵੇਖੇ ਤੁਸੀਂ ਜਾਓਗੇ ਕਈਆਂ ਵਿਆਹ ਮੂਹਾਂ 'ਚ, ਇਹ ਮਿਲਣਗੇ ਆ ਢੇਰੀ ਉੱਤੇ ਤੱਕ ਲਾਈ ਹੁੰਦੀ, ਦੇਖ ਕੇ ਹੀ ਪਤਾ ਲੱਗ ਜਾਂਦਾ ਵੀ ਇਹ ਸ਼ਗਨ ਜਿਹੜਾ ਪਾ ਰਹੇ ਕੱਢ ਕੇ ਜਾਣਗੇ ਅਗਲੇ ਦਾ। ਕਿਉਂ? ਜਿੰਨਾ ਮਰਜ਼ੀ ਹੈ, ਚਲੋ ਸਰੀਰ ਦੀ ਇੱਕ ਖੁਰਾਕ ਹੈ, ਆਹਾਰ ਹੈ, ਪਰ ਇਹਦੇ ਪਿੱਛੇ ਅਗਰ ਤੁਸੀਂ ਮਨੋਵਿਗਿਆਨ ਨੂੰ ਪੜ੍ਹੋਗੇ ਤਾਂ ਉਹ ਗੱਲ ਕਹੇਗੀ ਕਿ ਤੁਹਾਡੇ ਮਨ ਦੀ ਜੋ ਦਸ਼ਾ ਹੈ ਉਹ ਨਾਲ ਚੱਲੇਗੀ। ਰੱਜੇ ਹੋਏ ਲੋਕ, ਉਹਨਾਂ ਦੀ ਖੁਰਾਕ ਬੜੀ ਸੀਮਤ, ਬੜੀ ਹਲਕੀ ਫੁਲਕੀ ਜੀ, ਸਿੰਪਲ ਖਾ ਲੈਣਗੇ, ਸਾਦਾ ਖਾ ਲੈਣਗੇ, ਥੋੜ੍ਹਾ ਜਿਹਾ ਖਾ ਲੈਣਗੇ। ਪਰ ਭੁੱਖੇ ਲੋਕ, ਮਨ ਦੇ ਭੁੱਖੇ, ਰੱਜਣਗੇ ਨਹੀਂ। ਜਦੋਂ ਤਦੇ ਤਾਂ ਕੋਈ ਭੁੱਖਾ ਬੰਦਾ ਜਦੋਂ ਕਿਸੇ ਅਹੁਦੇ 'ਤੇ ਬਹਿੰਦਾ, ਸਨਮਾਨਿਤ ਅਹੁਦੇ 'ਤੇ ਵੀ ਬਹਿ ਜਾਏ, ਫਿਰ ਉਹ ਨਿੰਬੂ ਨੂੰ ਤਾਂ ਲੋਕ ਨਿਚੋੜਦੇ ਆ, ਉਹ ਸੱਕ ਨੂੰ ਵੀ ਨਿਚੋੜ ਦਿੰਦਾ। ਇੱਦਾਂ ਉਹ ਪੱਥਰਾਂ 'ਚੋਂ ਰਸ ਕੱਢਣ ਦਾ ਯਤਨ ਕਰਦੇ ਆ। ਫਿਰ ਤੁਸੀਂ ਤੁਹਾਡੇ ਸਾਹਮਣੇ ਫਿਰ ਉਦਾਹਰਨ ਆਉਣਗੀਆਂ, ਫਲਾਣਾ ਬੰਦਾ ਜੀ ਇੱਥੇ ਇੱਦਾਂ ਕੀ ਕਰ ਗਿਆ ਜੀ, ਉਹ ਆਹ ਬਣਾ ਗਿਆ ਜੀ, ਆਹ ਬਣਾ ਗਿਆ। ਉਹਦੇ ਬਾਹਰੋਂ ਠੀਕ ਹੈ, ਉਹ ਵਧੀਆ ਸੀ ਬੰਦਾ,
ਪਰ ਅੰਦਰ ਦੀ ਤ੍ਰਿਪਤੀ ਨਹੀਂ ਹੋਈ ਹੈ। ਮਹਾਰਾਜ ਕਹਿੰਦੇ ਕਾਰਨ ਕੀ ਹੈ? ਕਿਉਂਕਿ ਉਹਦੇ ਕੋਲ ਨਾਮ ਧਨ ਹੈ ਨਹੀਂ ਸੀ। ਜੇ ਨਾਮ ਧਨ ਹੋਵੇ ਉਹਨੂੰ ਤੁਸੀਂ ਤੋੜ ਨਹੀਂ ਸਕਦੇ, ਸਭ ਕੁਝ ਖੋਹ ਲਓ ਉਹ ਤੋਂ, ਪਰ ਉਹਦੀ ਅਮੀਰੀ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਜੋ ਉਹਦੇ ਕੋਲ ਹੈ। ਉਹ ਸ਼ੇਖ ਸੱਜਣ ਨੂੰ ਪਤਾ ਹੈ। ਸ਼ੇਖ ਸੱਜਣ ਆਪਣੇ ਬੰਦਿਆਂ ਨੂੰ ਕਹਿੰਦਾ ਇਹ ਬੰਦਿਆਂ ਕੋਲ ਬਹੁਤ ਧਨ ਹੈ, ਉੱਦਾਂ ਹੀ ਫਕੀਰਾਂ ਵਾਲੇ ਕੱਪੜੇ ਪਾਏ ਹੋਏ ਆ ਇਹਨਾਂ ਕੋਲ। ਇਹਨਾਂ ਦਾ ਚਿਹਰਾ ਦੱਸਦਾ ਹੈ ਵੀ ਇਹਨਾਂ ਨੇ ਵੱਡੇ ਬਹੁਤ ਹੈ ਬੰਦੇ, ਇਹ ਅਮੀਰ ਬਹੁਤ ਹੈ, ਪਰ ਲੋਕਾਂ ਨੂੰ ਨਾ ਪਤਾ ਲੱਗੇ ਕਿ ਇਹਨਾਂ ਕੋਲ ਬਹੁਤ ਕੁਛ ਹੈ, ਇਸ ਲਈ ਬਾਹਰੋਂ ਕੱਪੜੇ ਇਹਨਾਂ ਨੇ ਪਾਏ ਹੋਏ ਆ, ਕੋਈ ਲੁੱਟ ਨਾ ਲਏ। ਪਰ ਜਦੋਂ ਉਹਨੇ ਵੇਖਿਆ ਭਾਈ ਮਰਦਾਨੇ ਦੇ ਕੋਲ ਕੋਈ ਬਾਹਰੀ ਧਨ ਨਾ, ਉਹ ਕਹਿੰਦਾ ਮੈਂ ਮੰਨ ਨਹੀਂ ਸਕਦਾ ਤੇਰੇ ਕੋਲ ਧਨ ਨਾ ਹੋਵੇ। ਉਹਨੇ ਆਖਿਆ ਮੇਰੇ ਗੁਰੂ ਕੋਲ ਬਹੁਤ ਧਨ ਹੈ, ਉਹ ਬਹੁਤ ਵੱਡਾ ਆਦਮੀ ਹੈ, ਬਹੁਤ ਵੱਡਾ, ਪਰ ਉਹ ਧਨ ਤੈਨੂੰ ਤਾਂ ਮਿਲੇਗਾ ਜੇ ਤੂੰ ਉਹਦਾ ਗਾਹਕ ਹੋਵੇਂਗਾ। ਫਿਰ ਡਿੱਗਿਆ ਜਦੋਂ ਗੁਰੂ ਦੇ ਚਰਨਾਂ 'ਚ, ਫਿਰ ਗੁਰੂ ਨੇ ਉਸ ਸੱਜਣ ਸ਼ੇਖ ਸੱਜਣ ਜਿਹਨੂੰ ਠੱਗ ਕਰਕੇ ਬੁਲਾਇਆ ਜਾਂਦਾ, ਸੱਜਣ ਠੱਗ, ਉਹਨੂੰ ਸੱਚੀ ਮੁੱਚੀ ਸ਼ੇਖ ਸੱਜਣ ਬਣਾ ਦਿੱਤਾ, ਧਨਾੜ ਬਣਾ ਦਿੱਤਾ। ਇਹ ਹੈ ਗੁਰੂ ਦੀ ਬਰਕਤ। ਜਦੋਂ ਉਹ ਆ ਗਿਆ ਫਿਰ ਤੁਹਾਨੂੰ ਕੋਈ ਗਰੀਬ ਨਹੀਂ ਬਣਾ ਸਕਦਾ, ਕੰਗਾਲ ਨਹੀਂ ਕਰ ਸਕਦਾ ਤੁਹਾਨੂੰ। ਨਾ ਤੁਸੀਂ ਘਰ ਹੈ, ਨਾ ਤੁਸੀਂ ਕੱਪੜੇ ਹੈ, ਤੁਸੀਂ ਤਾਂ ਉਹ ਹੋ ਜੋ ਸਾਧ ਸੰਗਤ ਜੀ, ਜੋ ਪਰਮਾਤਮਾ ਰੂਪ ਮਨ ਤੂੰ ਜੋਤ ਸਰੂਪ ਹੈ। ਅਤੇ ਉਹ ਜੋਤ ਨੂੰ ਕੋਈ ਜਿਹਨੂੰ ਦਸ਼ਮੇਸ਼ ਪਿਤਾ ਨੇ ਮਹਾਰਾਜ ਨੇ ਆਖਿਆ ਕਿ ਜ਼ਮੀਨ ਜ਼ਮਾਂ ਕੇ ਵੇਖਿਆ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ, ਉਹਦਾ ਕੀ ਕੋਈ ਘਟਾਏਗਾ। ਇਉਂ ਕਹਿੰਦੇ ਹਨ ਜਿਤ ਖਾਧਾ ਮਨ ਤ੍ਰਿਪਤੀ ਹੈ। ਉਹ ਨਾਮ ਧਨ ਦੀ ਬਰਕਤ ਦੇ ਨਾਲ ਫਿਰ ਮਨ ਤ੍ਰਿਪਤ ਹੋ ਜਾਂਦਾ ਹੈ। ਜੀਆਂ ਜੁਗਤ ਸਮਾਏ, ਫਿਰ ਜੀਆਂ ਨੂੰ ਜੁਗਤੀ ਆ ਜਾਂਦੀ ਇਹ ਕਿ ਸਮਾਇਆ ਹੋਇਆ ਚਾਰੇ ਪਾਸੇ ਉਹਨਾਂ ਨੂੰ ਦਿਸ ਪੈਂਦਾ ਹੈ, ਰਮਿਆ ਹੋਇਆ। ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਹੈ ਸਭੈ ਘਟ ਰਾਮ ਬੋਲ ਹੈ। ਇਹੋ ਧਨ ਕਰਤੇ ਕਾ ਖੇਲ ਹੈ, ਕਦੇ ਆਵੈ ਕਦੇ ਜਾਏ। ਆਹ ਦੁਨਿਆਵੀ ਧਨ ਹੈ ਜਿਹੜਾ, ਇਹ ਤਾਂ ਕਦੇ ਅੱਜ ਅਮੀਰ ਹੈ ਕੱਲ੍ਹ ਨੂੰ ਗਰੀਬੀ ਹੈ, ਕੱਲ੍ਹ ਗਰੀਬ ਸੀ ਅੱਜ ਅਮੀਰ ਹੈ। ਇਹ ਤਾਂ ਕੀ ਹੈ? ਤੁਹਾਡੇ ਸਾਹਮਣੇ ਐਸੀਆਂ ਉਦਾਹਰਨਾਂ ਮਿਲ ਸਕਦੀਆਂ, ਐਡੇ ਐਡੇ ਲੋਕ ਜਿਹੜੇ ਜਿਨ੍ਹਾਂ ਦੀਆਂ ਜੀਵਨੀਆਂ ਛਪ ਚੁੱਕੀਆਂ ਨੇ। ਅਗਰ ਮਹਾਨ ਲੋਕਾਂ ਬਾਰੇ ਪੜ੍ਹਨਾ ਚਾਹੋਗੇ ਤੁਸੀਂ ਗੂਗਲ ਦੇ ਉੱਤੇ, ਅਤੇ ਤੁਹਾਨੂੰ ਐਡੇ ਇੱਦਾਂ ਦੇ ਬੰਦਿਆਂ ਦੇ ਨਾਮ ਆਉਣਗੇ, ਬਿਲ ਗੇਟਸ ਵਰਗੇ, ਟਾਟਾ ਵਰਗਿਆਂ ਦੇ, ਜਾਂ ਥਿਟਫੋਰਡ ਵਰਗਿਆਂ ਦੇ। ਪਰ ਜਦੋਂ ਉਹਨਾਂ ਨੂੰ ਪਿੱਛੋਂ ਦੇਖੋਗੇ ਉਹਨਾਂ ਦੀ ਚੱਲੇ ਕਿੱਥੋਂ, ਕਈ ਬੰਦੇ ਤੁਹਾਨੂੰ ਇੱਦਾਂ ਦੇ ਲੱਭਣਗੇ ਜਿਹੜੇ ਬੰਦੇ ਪੈਟਰੋਲ ਪੰਪ 'ਤੇ ਨੌਕਰੀ ਕਰਦੇ, ਕਈ ਬੰਦੇ ਇੱਦਾਂ ਦੇ ਲੱਭਣਗੇ ਫੁੱਟਪਾਥ ਦੇ ਉੱਤੇ ਛਤਰੀਆਂ ਵੇਚਦੇ, ਪਰ ਅੱਜ ਅਰਬਾਂਪਤੀ ਹੈ। ਫਿਰ ਜੇ ਤੁਸੀਂ ਕੰਗਾਲ ਬੰਦਿਆਂ ਨੂੰ ਵੇਖਣ ਲੱਗ ਜਾਓ ਤਾਂ ਇੱਦਾਂ ਦੇ ਬੰਦੇ ਲੱਭਣਗੇ ਜਿਹੜੇ ਬੰਦਿਆਂ ਦੀ ਐਡੀਆਂ ਐਡੀਆਂ ਬਿਲਡਿੰਗਾਂ ਦੇ ਸਿਰੇ 'ਤੇ ਆਫਿਸ ਸੀ, ਜੇ ਉੱਤੇ ਨੂੰ ਦੇਖੀਏ ਤਾਂ ਸਿਰ 'ਤੇ ਰੱਖਿਆ ਕੱਪੜਾ ਥੱਲੇ ਡਿੱਗ ਜਾਏ। ਪਰ ਅੱਜ ਉਹਨਾਂ ਨੂੰ ਉਹ ਦਰਵਾਜ਼ੇ 'ਚ ਨਹੀਂ ਕੋਈ ਵੜਨ ਦਿੰਦਾ, ਇੰਨੇ ਦਿਵਾਲੀਆ ਨਿਕਲ ਗਏ। ਇਹ ਦੁਨਿਆਵੀ ਧਨ ਤੇ ਮਹਾਰਾਜ ਕਹਿੰਦੇ ਕੱਚਾ ਧਨ ਹੈ, ਇਹਦੇ ਨਾਲ ਕੋਈ ਬਹੁਤਾ ਜੁੜਿਆ ਰਹੇ ਵੀ ਇਹੀ ਸਭ ਕੁਝ ਹੈ। ਅਤੇ ਬਾਣੀ ਨੇ ਉਹਨਾਂ ਨੂੰ ਮੂਰਖ ਅਤੇ ਗਵਾਰ ਆਖਿਆ। ਕੱਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਮੁਕਤ ਗਵਾਰ। ਅਤੇ ਨਾਲ ਮਹਾਰਾਜ ਨੇ ਆਖਿਆ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਨਾ ਇਹਨੇ ਕਦੇ ਪੂਰਾ ਪ੍ਰਾਪਤ ਹੋਣਾ, ਨਾ ਨਾਲ ਨਿਭਣਾ ਹੈ। ਤਾਂ ਮਹਾਰਾਜ ਕਹਿੰਦੇ ਇਹ ਜਿਹੜਾ ਇਹ ਧਨ ਹੈ ਗੁਰਮੁਖੋ, ਇਹੋ ਧਨ ਕਰਤੇ ਕਾ ਖੇਲ ਹੈ, ਖੇਡ ਹੈ, ਮਾਇਆ ਹੈ। ਕਦੇ ਆਵੈ ਕਦੇ ਜਾਏ, ਗਿਆਨੀਆਂ ਕਾ ਧਨ ਨਾਮ ਹੈ, ਸਦ ਹੀ ਰਹਿ ਸਮਾਏ। ਗਿਆਨੀ ਗੁਰਸਿੱਖਾਂ ਦਾ ਧਨ ਨਾਮ ਧਨ ਹੈ, ਉਹਨਾਂ ਤੋਂ ਕੋਈ ਖੋਹ ਨਹੀਂ ਸਕਦਾ, ਫਿਰ ਚੋਰ ਚੁਰਾ ਨਹੀਂ ਸਕਦਾ। ਗੁਰ ਕਾ ਬਚਨ ਬਸੈ, ਜੀ ਨਾ ਲੈ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਪਾਹੇ ਨਾ ਸਾਕੈ ਜਾਲੇ। ਉਹਨਾਂ ਨੂੰ ਕੋਈ ਚੁਰਾ ਨਹੀਂ ਸਕਦਾ। ਨਾਨਕ ਜਿਨ ਕੋ ਨਦਰ ਕਰੇ, ਤਾਂ ਇਹੋ ਧਨ ਪੱਲੇ ਪਾਏ। ਇਹ ਮਿਲਦਾ ਉਦੋਂ ਹੈ ਜੀ ਤੇ ਗੁਰੂ ਨਦਰ ਕਰੇ, ਕਿਰਪਾ ਕਰੇ। ਦੁਨਿਆਵੀ ਧਨ 'ਤੇ ਠੱਗੀ ਠੁੱਗੀ ਮਾਰ ਕੇ ਇਕੱਠਾ ਕਰ ਵੀ ਸਕਦੇ ਹਾਂ, ਕਿਉਂਕਿ ਬਾਣੀ 'ਚ ਕਿਹਾ ਪਾਪਾਂ ਵਾਜੋ ਹੋਵੇ ਨਾ ਹੀ। ਬਹੁਤੀ ਇਕੱਠੀ ਕਰਨੀ ਹੋਵੇ ਅਤੇ ਪਾਪ ਕਰਨੇ ਪੈਂਦੇ ਆ, ਅਤੇ ਨਹੀਂ ਤਾਂ ਗੁਜ਼ਾਰਾ ਹੀ ਮਸਾ ਹੁੰਦਾ।
ਧਰਮ ਦੀ ਨਾਲ ਤੁਸੀਂ ਮਾੜਾ ਮੋਟਾ ਗੁਜ਼ਾਰਾ ਕਰ ਸਕਦੇ ਬਸਰ ਜੀਵਨ, ਪਰ ਜਿਹੜੀ ਐਸ਼ ਅਯਾਸ਼ੀ ਹੈ ਜਿਹੜੀ ਉਹ ਪਾਪਾਂ ਦੀ ਕਮਾਈ 'ਤੇ ਹੁੰਦੀ ਹੈ। ਅਤੇ ਮਹਾਰਾਜ ਨੇ ਉਹਨੂੰ ਲਾਹਣਤ ਆਖਿਆ, ਹੱਕ ਪਰਾਇਆ ਨਾਨਕਾ ਉਹ ਸੂਰ ਉਸ ਗਾਏ। ਕਿਰਤ ਵਿਰਤ ਧਰਮ ਦੀ ਚਾਹੀਦੀ ਹੈ। ਮਹਾਰਾਜ ਜੀ ਕਹਿੰਦੇ ਹਨ ਇਹੋ ਧਨ ਕਰ, ਇਹ ਜਿਹੜਾ ਨਾਮ ਧਨ ਹੈ ਜਿਸ ਗੁਰਸਿੱਖ ਕੋਲ ਆ ਗਿਆ, ਨਾਨਕ ਜਿਨ ਕੋ ਨਦਰ ਕਰੇ ਤਾਂ ਇਹੋ ਧਨ ਪੱਲੇ ਪਾਈ। ਨਾਮ ਦਾ ਧਨ ਹੈ ਜਿਹੜਾ ਗੁਰੂ ਦੀ ਨਦਰ ਨਾਲ ਮਿਲਦਾ, ਇਹ ਕਿਸੇ ਚਤਰਾਈ ਚਲਾਕੀ ਨਾਲ ਨਹੀਂ। ਪੌੜੀ ਆਪ ਕਰਾਏ ਕਰੇ ਆਪ, ਹਉ ਕੈਸਿਓ ਕਰੀ ਪੁਕਾਰ। ਹੇ ਵਾਹਿਗੁਰੂ ਤੂੰ ਆਪ ਕਰਤਾ ਹੈ, ਆਪੇ ਕਰਾ ਰਿਹਾ ਹੈ ਸਭ ਕੁਝ, ਮੈਂ ਕਿਹਦੇ ਅੱਗੇ ਪੁਕਾਰਾਂ ਕਰਾਂ ਤੇਰੇ ਬਿਨਾਂ। ਆਪੇ ਲੇਖਾ ਮੰਗ ਸੀ ਆਪ ਕਰਾਏ ਕਾਰ, ਆਪੇ ਹੀ ਲੇਖਾ ਮੰਗਣਾ ਹੈ, ਆਪੇ ਹੀ ਤੂੰ ਕਾਰ ਕੰਮ ਕਰਵਾਉਣਾ ਹੈ। ਸਾਡੇ ਤੋਂ ਉਹੀ ਕੰਮ ਕਰਵਾਈ ਜਿਹੜੇ ਹੇ ਵਾਹਿਗੁਰੂ ਤੇਰੇ ਲੇਖੇ ਵਿੱਚ ਸਾਫ਼ ਸਾਫ਼ ਆਉਣ, ਸਾਡਾ ਕਾਗਜ਼ ਕਾਲਾ ਨਾ ਹੋਵੇ। ਹੇ ਵਾਹਿਗੁਰੂ ਤੇਰੇ ਦਰ 'ਤੇ ਪੱਤ ਨਾਲ ਨਿਬੜ ਜਾਏ। ਜੋ ਤਿਸ ਭਾਵੈ ਸੋ ਥੀਐ, ਹੁਕਮ ਕਰੇਗਾ ਵਾਰ। ਹੋਣਾ ਤਾਂ ਉਹ ਹੈ ਜੋ ਉਹਨੂੰ ਪਾਉਂਦਾ ਹੈ, ਪਰ ਅਣਜਾਣ ਗਾਵਾਰ ਬੇਸਮਝ ਆਪ ਹੁਕਮਰਾਨ ਹੋ ਕੇ ਹੁਕਮ ਹੀ ਬਣਿਆ ਬੈਠਾ। ਭਾਈ ਵੀਰ ਸਿੰਘ ਜੀ ਕਲਗੀਧਰ ਚਮਤਕਾਰ ਵਿੱਚ ਲਿਖਦੇ ਹਨ ਕਿ ਜੇਕਰ ਦੁਨੀਆ ਦੇ ਰਾਜਿਆਂ ਦੇ ਸਿਰ ਖੋਪੜੀਆਂ ਇਕੱਠੀਆਂ ਕਰ ਲਈਏ ਵੀ ਕਿੰਨੇ ਕੁ ਰਾਜੇ ਇਸ ਧਰਤੀ 'ਤੇ ਰਾਜ ਕਰਕੇ ਚਲੇ ਗਏ, ਜੇ ਉਹਨਾਂ ਦੇ ਸਿਰ ਇਕੱਠੇ ਕਰਨ ਲੱਗ ਜਾਈਏ ਇਕੱਲੇ ਅਤੇ ਐਡਾ ਢੇਰ ਲੱਗ ਜਾਏ, ਮਨ ਕਰੇ ਅਸਮਾਨ ਦੀ ਛੱਤ ਨੂੰ ਲੱਗ ਜਾਏ, ਐਨੇ ਰਾਜੇ ਇਸ ਦੁਨੀਆ 'ਤੇ ਰਾਜ ਕਰਕੇ ਚਲੇ ਗਏ। ਪਰ ਜਿੰਨਾ ਚਿਰ ਉਹ ਖੋਪੜੀ 'ਚ ਸੀ ਉਹਨਾਂ ਨੂੰ ਲੱਗਦਾ ਸੀ ਮੇਰੇ ਵਰਗਾ ਕੋਈ ਹੈ ਨਹੀਂ। ਇਸ ਲਈ ਕਹਿੰਦੇ ਹੁਕਮ ਕਰੇ ਗਾਵਾਰ, ਗਾਵਾਰ ਬੇਸਮਝ ਹੁਕਮਰਾਨ ਹੋ ਕੇ ਬੈਠਦਾ, ਪਰ ਜੋ ਤਿਸ ਭਾਵੈ ਸੋ ਥੀਐ, ਹੁੰਦਾ ਉਹ ਹੈ ਜੋ ਉਹਦੇ ਹੁਕਮ 'ਚ ਹੈ। ਆਪ ਛਡਾਏ ਛੁੱਟੀ ਹੈ ਆਪੇ ਬਖਸ਼ਣਹਾਰ, ਆਪੇ ਛਡਾਵੇ ਅਤੇ ਛੁਟਕਾਰਾ ਹੈ, ਉਹ ਬਖਸ਼ਣਹਾਰ ਹੈ, ਬਖਸ਼ਿੰਦ ਹੈ। ਆਪੇ ਵੇਖੈ ਸੁਣੇ ਆਪ ਸਭ ਸਹਿ ਦੇ ਆਵਾਰ, ਆਪੇ ਵੇਖਦਾ ਹੈ ਸਭ ਦੇ ਕਰਮ, ਸੁਣਦਾ ਵੀ ਹੈ ਜੀਵਾਂ ਦੀਆਂ ਅਰਦਾਸਾਂ। ਸਭ ਸਹਿ ਦੇ ਆਧਾਰ, ਸਭ ਨੂੰ ਰੋਜੀ ਵੀ ਦੇ ਰਿਹਾ ਹੈ। ਸਭ ਮਹਿ ਏਕ ਵਰਤਦਾ, ਸਿਰ ਸਿਰ ਕਰੇ ਵਿਚਾਰ, ਸਭ 'ਚ ਵਰਤ ਰਿਹਾ ਹੈ। ਸਾਰਿਆਂ ਦੇ ਸਿਰ ਦੇ ਉੱਤੇ ਸਿਰ ਦਰ ਸਿਰ ਵਿਚਾਰ ਕਰਦਾ, ਹਰੇਕ ਸਿਰ ਦੇ ਅਨੁਸਾਰ ਮੱਤ ਦੇ ਅਨੁਸਾਰ ਬੰਦੇ ਦੀ ਲਿਖੀ ਜਾਂਦੀ ਹੈ। ਗੁਰਮੁਖ ਆਪ ਵਿਚਾਰੀ ਹੈ ਲੱਗੈ ਸੱਚ ਪਿਆਰ। 1283 ਅੰਗ 'ਤੇ ਗੁਰੂ ਜੀ ਕਹਿ ਰਹੇ ਹਨ ਗੁਰਮੁਖ ਆਪੇ ਦੀ ਵਿਚਾਰ ਕਰਦੇ ਹਨ, ਅਤੇ ਜਦੋਂ ਆਪੇ ਦੀ ਵਿਚਾਰ ਕਰਦੇ ਹਨ ਮੈਂ ਕੌਣ ਹਾਂ, ਅਤੇ ਫਿਰ ਲੱਗਾ ਸੱਚ ਪਿਆਰ, ਫਿਰ ਸੱਚ ਨਾਲ ਪਿਆਰ ਪੈ ਜਾਂਦਾ ਉਹਨਾਂ ਦਾ। ਨਾਨਕ ਕਿਸਨੋਂ ਆਖੀਆ ਆਪੇ ਦੇਵਨਹਾਰ, ਆਖਰੀ ਪੰਕਤੀ 'ਚ ਕਹਿ ਰਹੇ ਨਾਨਕ ਕਿਸ ਨੂੰ ਆਖੀਐ, ਹੋਰ ਕਿਹਨੂੰ ਕੀ ਆਖੀਏ ਭਾਈ। ਦੇਣ ਵਾਲਾ ਉਹ ਵਾਹਿਗੁਰੂ ਹੈ, ਉਹੀ ਦਾਤਾ ਹੈ, ਆਪਣੇ ਸਿੱਖਾਂ ਨੂੰ ਦਿੰਦਾ ਹੈ, ਅਤੇ ਜਿਹੜਾ ਪ੍ਰਾਪਤ ਕਰ ਲੈਂਦਾ ਹੈ ਉਹਦੇ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਜਾਂਦੇ ਹਨ। ਇਸ ਤਰੀਕੇ ਗੁਰੂ ਜੀ ਨੇ ਬਖਸ਼ਿਸ਼ ਕੀਤੀ। ਮਲਾਰ ਕੀ ਵਾਰ ਦੀ 10ਵੀਂ ਪੌੜੀ ਅਤੇ ਸ਼ਲੋਕ ਸੁਣੇ ਹਨ। ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ ਜੀ। ਗੁਰਮੁਖ ਆਪ ਵਿਚਾਰੀਐ ਲੱਗੈ ਸੱਚ ਪਿਆਰ, ਨਾਨਕ ਕਿਸਨੋਂ ਆਖੀਐ ਆਪੇ ਦੇਵਨਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।